दे के अमृत क्या दशमेश जी ने जाओ बख्शियां हुण सरदारियां जे कंगा फेर दे वक्त ख्याल करना कदे चलनियां सिरां ते आरियां जे कशहरा नहीं है जात ते सात दे के कशहरा नहीं है जात ते सात दे के बख्श दित्तियां रहमतां भारियां जे उठे हाथ ना किसे मजलूम उत्ते कड़ा नहीं हाथ घड़ियां गईयां मारियां जे कड़ा नहीं हाथ कड़ियां गईयां मारियां जे जद भी धर्म दा किते विरोध होया जाना हस के वारियां खालसे ने गुरु ग्रंथ ते पंथ दी शान बदले लाइयां अरछी उडारियां खालसे ने सिद्धक सबर ते अणख दी लै गुणती देहा फेर ही धारियां खालसे ने मौत खालसे तो जीवन मंगदी है तेगा मौत नू मारियां खालसे ने जद भी धर्म दा किते विरोध होया जाना हस के वारियां खालसे ने गुरु ग्रंथ ते पंथ दी शान बदले लाइयां अरछी उडारियां खालसे ने सिद्धक सबर ते अणख दी लै गुणती देहा फेर ही धारियां खालसे ने मौत खालसे तो जीवन मंगदी है तेगा मौत नू मारियां खालसे ने जोना जोदियां दा मरदा वांग मरना मुड्डों रेहा निशाना है खालसे दा चढ़दी कला सरबत दे पले वाला उच्चा सुच्चा तराना है खालसे दा शीस तली तर यार दी गली जाना रब्बी रूप दीवाना है खालसे दा जिदी छिट पी के चिड़ियां बाज मारे अमृतमयी खजाना है खालसे दा शांतमयी रहना मेरा सिखिया नहीं नचे खालसा तेग दी तार बन के इनू पिता दशमेश ने साजी आए गज्जे जंग विच शाह असवार बन के सोना फुल गुलाब दा मित्राली वजे वैरियां नू तिखा खार बन के सवा लख ना खालसा लड़े कल्ला गज्जे जंग च छाया सवार बन के करे चरखेड़ी यारियां तीर छड्डे बंद बंद कटवाए ते खालसे ने इट्टां हड्डियां निज दा लागारा कौमी महल बनाए ते खालसे ने शान खालसे दी उच्ची जग नालों शीस तली टकाए ता खालसे ने धरती कंबी आसमान भी डोल गया अटक जे अटकाए ता खालसे ने ओ बिजली अजे भी सिंगां दी तेग अंदर बिजली अजे भी सिंगां दी तेग अंदर अणखी अजे भी खंडाए खालसे दा धरती पूजदी अर्श भी करे सजदा उच्चा झुलदा झंडा है खालसे दा जिथे सच ते झूठ दी परख होवे बोल तोल दा कंडा है खालसे दा जिथे निर्मल सलखन नू मिले चानण उच्चा झोले दा झंडा है खालसे दा उच्चा झोले दा झंडा है खालसे दा उच्चा झोले दा
ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੜੇ ਪ੍ਰੇਮ ਸਤਿਕਾਰ ਨਾਲ ਸਾਜੇ ਹੋਏ ਜੁੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੂੰ ਬੜੇ ਅਦਬ ਪਿਆਰ ਸਤਿਕਾਰ ਨਾਲ ਫਤਿਹ ਅਰਜਿਆ। ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਨਾਲ ਖਾਲਸਾ ਸਿੰਘ ਸਾਹਿਬ ਜੀਆਂ ਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਸੱਚੇ ਪਾਤਸ਼ਾਹ ਜੀ ਨੇ ਆਪ ਸੰਗਤਾਂ ਦੀ ਅਪਾਰ ਕਿਰਪਾ ਕੀਤੀ ਹੈ। ਜਿੰਨੀਆਂ ਰੌਣਕਾਂ ਤੇ ਜਿੰਨਾ ਵਧੀਆ ਪ੍ਰਬੰਧ ਮੈਂ ਵੇਖ ਰਿਹਾ, ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜੋੜ ਮੇਲਾ ਤੁਸੀਂ ਬੜੇ ਲੰਮੇ ਸਮੇਂ ਤੋਂ ਮਨਾਉਂਦੇ ਆ ਰਹੇ ਹੋ, ਕਿਉਂਕਿ ਤੁਹਾਡੀ ਹਰ ਇੱਕ ਤਿਆਰੀ ਸੈਟਿੰਗ ਬੜੀ ਵਧੀਆ ਤਰੀਕੇ ਨਾਲ ਚੱਲੀ ਹੋਈ ਹੈ। ਤੁਹਾਡਾ ਸਾਊਂਡ ਵੀ ਵਧੀਆ ਹੈ, ਪ੍ਰਬੰਧ ਵੀ ਚੰਗਾ ਹੈ, ਸੰਗਤ ਵੀ ਬੇਅੰਤ ਆ। ਇਹ ਚੀਜ਼ਾਂ ਸਬੂਤ ਨੇ ਕਿ ਤੁਸੀਂ ਬੜੇ ਪ੍ਰੇਮ ਦੇ ਨਾਲ ਬੜੇ ਲੰਮੇ ਸਮੇਂ ਤੋਂ ਇਹ ਜੋੜ ਮੇਲਾ ਮਨਾਉਂਦੇ ਆ ਰਹੇ ਹੋ। ਸਮਝ ਆਪ ਜੀ ਨੂੰ ਹਰ ਇੱਕ ਗੱਲ ਦੀ। ਤੋ ਅਸੀਂ ਆਪਣੇ ਵੱਡੇ ਭਾਗ ਜਾਣਦੇ ਹਾਂ ਵੀ ਆਪ ਜੀ ਦੇ ਦਰਸ਼ਨ ਹੋਏ ਆ। ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਦਇਆ ਮਿਹਰਮਤ ਕੀਤੀ ਆ। ਖਾਲਸਾ ਜੀ, ਸਮਾਂ ਮੇਰਾ ਤਕਰੀਬਨ 1 ਘੰਟੇ ਦਾ ਹੈ, ਜਿਹਦੇ ਵਿੱਚੋਂ ਕੁਝ ਸਮਾਂ ਲੰਘ ਗਿਆ। ਮੇਰੇ ਮਨ ਵਿੱਚ ਬੜੀਆਂ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਕਰਨ ਦੀ ਇੱਛਾ ਤੇ ਰੱਖਦਾ ਹਾਂ, ਪਰ ਸਮਾਂ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਆਪੇ ਤੋਂ ਬਾਹਰ ਜਾਣ ਦੀ। ਇਸ ਕਰਕੇ ਮੈਂ ਆਪਣੇ ਸਮੇਂ ਵਿੱਚ ਰਹਿੰਦਾ ਹੋਇਆ ਆਪ ਜੀ ਦੇ ਮੁਬਾਰਕ ਚਰਨਾਂ ਵਿੱਚ ਇਤਿਹਾਸ ਵੀ ਕਹਿਣਾ, ਫਿਰ ਨਾਲ ਦੀ ਨਾਲ ਉਹ ਬਚਨ ਵੀ ਕਰਨੇ ਆ ਜਿਹੜੇ ਮੈਨੂੰ ਲੱਗਦਾ ਵੀ ਜ਼ਰੂਰਤ ਹੈ ਸਮੇਂ ਦੀ। ਤੇ ਇਹ ਬਚਨ ਮੈਂ ਖਾਲਸਾ ਜੀ ਦੇ ਪ੍ਰਕਾਸ਼ ਤੋਂ ਹੀ ਆਰੰਭ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਧਰਤੀ ਤੇ ਆਉਣ ਦਾ ਮਕਸਦ ਹੀ ਹੈ ਖਾਲਸੇ ਨੂੰ ਪ੍ਰਕਾਸ਼ ਕਰਨਾ। ਤੇ ਇਹ ਮੈਂ ਨਹੀਂ ਕਹਿ ਰਿਹਾ, ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਮੁਬਾਰਕ ਹੱਥਾਂ ਨਾਲ ਕਰ ਕਮਲਾਂ ਦੇ ਨਾਲ ਸ੍ਰੀ ਬਚਿੱਤਰ ਨਾਟਕ ਜੀ ਦੀ ਬਾਣੀ ਲਿਖੀ ਹੈ। ਉਹਦੇ ਵਿੱਚ ਮਹਾਰਾਜ ਜੀ ਬਚਨ ਕਰਦੇ ਨੇ, ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭੇਜਿਆ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਮਹਾਰਾਜ ਤੇ ਆਏ ਪੰਥ ਸਾਜਣ ਵਾਸਤੇ ਹੈ। ਤੇ ਜਿਸ ਪੰਥ ਨੂੰ ਸਤਿਗੁਰਾਂ ਨੇ ਆਹ ਰੂਪ ਦਿੱਤਾ, ਜਿਹਨੂੰ ਅੱਜ ਅਸੀਂ ਖਾਲਸਾ ਕਹਿ ਕੇ ਦਰਸ਼ਨ ਕਰਦੇ ਹਾਂ, ਇਹ ਰੂਪ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਜੀਆਂ ਨੇ ਕੀਤੀ ਹੈ। ਤੇ ਇਹ ਵੀ ਗੱਲ ਸੱਚ ਹੈ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਜਗਤ ਪੰਥ ਆ ਨਿਰਮਲ, ਜਿਹਨੂੰ ਕੋਈ ਮੈਲ ਹੈ ਹੀ ਨਹੀਂ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਦਵੈਤ ਨਹੀਂ ਗੀ, ਜਿਹੜਾ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ। ਇਹ ਗੱਲ ਤੇ ਜਿਹੜਾ ਪੂਰਾ ਉਤਰਿਆ ਹੋਇਆ ਉਹ ਵਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਖਾਲਸਾ, ਜਿਹਦਾ ਅੱਜ ਆਪਾਂ ਪ੍ਰਕਾਸ਼ ਮਨਾ ਰਹੇ ਹਾਂ। ਇਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੀ ਪੰਥ ਨੂੰ ਸਾਜਣ ਵਾਸਤੇ ਹੋਇਆ। ਤੇ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ ਆ। 13 ਅਪ੍ਰੈਲ ਦੀ ਵਿਸਾਖੀ ਨੂੰ ਸਨ 1699 ਨੂੰ ਮਹਾਰਾਜ ਨੇ ਸੰਗਤਾਂ ਨੂੰ ਦੂਰੋਂ ਦੂਰੋਂ ਸੱਦਿਆ ਸੀ। 80,000 ਦੇ ਲਾਗੇ ਬੰਨੇ ਇਕੱਠ ਹੋਇਆ ਸੀ। ਜਦੋਂ ਲਿਮਟ ਤੋਂ ਵੱਧ ਕੇ ਇਕੱਠ ਹੁੰਦਾ ਹੈ ਨਾ, ਉਦੋਂ ਅੰਦਾਜ਼ਾ ਹੁੰਦਾ ਹੈ, ਪੱਕੀ ਗਿਣਤੀ ਨਹੀਂ ਕਦੀ ਵੀ ਹੋ ਸਕਦੀ। ਜਿੱਦਾਂ ਸਵੇਰ ਤੋਂ ਗੁਰੂ ਘਰ ਖੁੱਲਿਆ, ਹੁਣ ਤੱਕ ਕਿੰਨੀਆਂ ਸੰਗਤਾਂ ਆ ਗਈਆਂ, 1000 2000 5000, ਪੱਕੀ ਗਿਣਤੀ ਨਹੀਂ ਹੈ। ਅੰਦਾਜ਼ਾ ਹੈ ਵੀ ਇੰਨੀ ਸੰਗਤ ਆ ਗਈ। ਇਸ ਤਰੀਕੇ ਨਾਲ ਉਸ ਸਮੇਂ ਵਿੱਚ 80,000 ਦੇ ਲਗਭਗ ਇਕੱਠ ਮੰਨਿਆ ਜਾਂਦਾ ਹੈ। ਵੱਧ ਵੀ ਹੋਏਗਾ, ਘੱਟ ਵੀ ਹੋਏਗਾ, ਲੇਕਿਨ ਇੰਨੇ ਦੇ ਲਾਗੇ ਬੰਨੇ ਇਕੱਠ ਸੀ। ਫਿਰ ਸਤਿਗੁਰਾਂ ਜਦੋਂ ਤਲਵਾਰ ਕੱਢ ਕੇ ਸਿਰ ਮੰਗੇ, 5 ਜਵਾਨਾਂ ਨੇ ਸੀਸ ਭੇਟ ਕੀਤੇ। ਬੜੇ ਲੋਕ ਭੱਜੇ ਵੀ। ਅੱਜ ਰੌਲਾ ਪਾਈ ਦਾ ਭਈ ਅੰਮ੍ਰਿਤ ਛਕੋ ਸਿੰਘ ਸਜੋ। ਕਈ ਲੋਕ ਕਹਿੰਦੇ ਆ ਵੀ ਕੋਈ ਨਹੀਂ ਛਕ ਲਾਂਗੇ। ਤੇ ਮੈਂ ਇਹ ਗੱਲ ਤੋਂ ਹੈਰਾਨ ਹੁੰਨਾ, ਉਦੋਂ 80,000 ਦਾ ਇਕੱਠ ਸੀ, ਤਕਰੀਬਨ 20,000 ਸਿੱਖਾਂ ਹੀ ਅੰਮ੍ਰਿਤ ਛਕਿਆ ਸੀ, ਸਾਰਿਆਂ ਨਹੀਂ ਸੀ ਛਕਿਆ ਉਦੋਂ ਵੀ। ਤੇ ਫਿਰ ਅੱਜ ਅਸੀਂ ਧੱਕੇ ਨਾਲ ਕਿੰਨਿਆਂ ਕੁ ਨੂੰ ਜੋੜ ਲਾਂਗੇ? ਇਹ ਤੇ ਪ੍ਰੇਮ ਦਾ ਸੌਦਾ ਹੈ। ਪ੍ਰੇਮ ਨਾਲ ਕੋਈ ਜੁੜੇ ਤੇ ਕੁਝ ਵੀ ਹੋ ਸਕਦਾ ਹੈ, ਧੱਕਾਸ਼ਾਹੀ ਨਹੀਂ ਚੱਲ ਸਕਦੀ। ਆਓ ਮੈਂ ਖਾਲਸਾ ਜੀ ਦੇ ਪ੍ਰਕਾਸ਼ ਵਿੱਚੋਂ ਆਪ ਜੀ ਨੂੰ ਇੱਕ ਛੰਦ ਸੁਣਾਉਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਿਰ ਜਦੋਂ 5 ਸਿਰ ਕੱਢ ਲਏ, 5 ਦਾ ਸਿਰ ਵੱਢਿਆ, ਉੱਥੇ ਇੱਕ ਜਸੂਸ ਬੈਠਾ ਹੈ, ਉਹਦਾ ਨਾਂ ਹੈ ਅਬੁੱਲਾ ਤਰਾਨੀ। ਉਹ ਔਰੰਗਜ਼ੇਬ ਬਾਦਸ਼ਾਹ ਦਾ ਜਸੂਸ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਨਿੱਤਾਂ ਪ੍ਰਤੀ ਡੈਰੀ ਭੇਜਦਾ ਸੀ ਵੀ ਅੱਜ ਮਹਾਰਾਜ ਨੇ ਨਵਾਂ ਕੀ ਕੀਤਾ, ਅੱਜ ਖਾਲਸੇ ਨੂੰ ਮਹਾਰਾਜ ਨੇ ਨਵੀਂ ਕਿਹੜੀ ਖੇਡ ਦੇ ਦਿੱਤੀ ਹੈ।
ਇਹ ਸਾਰੀ ਰਿਪੋर्ट आनंदपुर साहब तो दिल्ली आउंदी रही है। जिदन महाराज ने पंथ साजना सी उस दिन भी वो जसूस संगत विच बैठा है। ओदा नाम अबुल्ला तरानी है। ओदी वेशभूषा आम लोकां वर्गी सी। उन्हें अखी वेख्या गुरु गोबिंद सिंह पातशाह ने उस दिन की कुछ किया। उन्हें फिर अपनी एक चिट्ठी दे विच अखीरली चिट्ठी लिख के उन्हें बादशाह नूं घल्ली। उहदे विच उन्हें सारा वरतांत दस्सिया। इतिहास विच कईयां ने कुछ किया वा, कईयां ने कुछ किया। मेरा मन जिहड़ी गल नूं मन्ने और फिर गुरु मैनूं मनावे भी आ गल ठीक है, मैं वो गल नूं मनदा। बहुतियां किताबां पढ़िया बंदा उलझ जांदा है। उलझना कोई मतलब नहीं, उलझना कोई हल नहीं, हल आ विचार दे नाल। ते मैं अबुल्ला तरानी दी चिट्ठी पढ़ी है तां करके मैं ओदी गल तुहानूं सुना रहा। अबुल्ला तरानी लिखदा है सिखां दे गुरु ने एक वड्डा हरा पंडाल लाया, ओदे मगर एक छोटा जिहा तंबू भी रखिया। वो तंबू विच शायद आप बैठे होणगे। कहंदे फिर वो किरपान लैके स्टेज ते आए। उन्हां ने लोकां को सिर मंगिया। पहलां ते कोई उठिया ना, एक सिख उहदे कोल गया, उन्हें बांह फड़ी, सारियां दे वेंदियां दा सिर वड़ दिता। इत्थे आण के फर्क आ ना। तुसीं अज तक ये सुनिया भी महाराज तंबू च लै गए। जे महाराज ने सिर वड्डना ही ते लुको के करन दी की लोड़ आ? गुरु ते समर्थ आ। तंबू च लैके गए पर कदों? बाद विच। पहला महाराज ने सारियां दे वेंदियां वेंदियां 5 सिर वड्डे। अबुल्ला तरानी लिखदा है कहंदा उन्हें स्टेज ते जदों 5 वड्डते लोग डर गए। जेड़े भज सकदे सन भज गए, जेड़े बह सकदे सन बस होई बैठे। जदों उन्हें 5 दा सिर वड्ड लिया फिर कहन लगे उन्हें किरपान अपने म्यान विच पा लई। एक बाटा मंगवाया, ओदे थल्ले एक कुंडा रखिया। ओदे विच एक बीबी आई, वो पता नहीं की पा गई। हुण दूरों बह के वो नहीं समझ सकिया भी ओदे विच पिया की। कहंदा सिखां दे गुरु ने एक चौंकड़े विच खंडा फेर के कुछ कलामां पढ़ियां। इउं जापदा सी जिवें उन्हें आबे हयात तैयार कर लिया होवे। ओ शक दा यकीन च इवें बदलिया जदों उन्हें वड्डे होए धड़ां दे नाल जेड़ा सिर हत्थ आया ला दिता। ते ला के वो बाटे विचों छट्टा मार के आख्या बोल वाहिगुरु जी का खालसा वाहिगुरु जी की फतेह। ते हैरानी दी गल सी जिहदे उत्ते ओदे हत्थां चों छुट्टिया होया आबे हयात पिया, उठ के खलो गया। उन्हें बोलिया जो गुरु ने बुलाया। अबुल्ला तरानी कहंदा मैं वेंदा वेंदा दंग रह गया। मैं पछताया भी मैं क्यों नहीं उठिया। जदों गुरु आवाज़ां मारदे सी उदों मैं क्यों ना हिलिया। पर वो चिट्ठी च लिखदा है कहंदा मैं सोचा भी डुल्ले बेरां दा कदी कुछ विगड़दा नहीं। की होया जे उदों नहीं मैं गुरु कोले गया, मैं उदों अपने आप नूं रोक ना सकिया। क्योंकि किसे नूं मार के वेंदियां वेंदियां जींदे कर देना ये गल बोलण च ही सौखी आ, जिन्हां दे सामने हुंदी आ ना पता ते उन्हां नूं लगदा। इस करके बुल्ला तरानी कहंदा है उन्हें जदों 5 नूं इदां आबे हयात दे छिट्टे पा के ठाल लिया। उन्हां नूं 5 उन्हां दे मुख विच दिते, छट्टे 5 उन्हां दे नेत्रां 'च 5 केसां 'च, ते फिर उन्हां नूं अपने मगर तंबू 'च लैके चले गए। कुछ समय बाद वो तंबू विचों एक गोबिंद सिंह नहीं 6 गोबिंद सिंह बाहर आए। वो जेड़े 5 अंदर गए सन उन्हां दी दस्तार उदां दी सी जिद्दां दी गुरु गोबिंद सिंह पातशाह सजाई सी। उन्हां दे तन ते नीला बाणा उदां दा सी जिद्दां दा गुरु गोबिंद सिंह साहब सजाया सी। जिद्दां सतगुरां दे गात्रे तलवार सी उदां उन्हां 5 दे गात्रे भी तलवार सी। जिद्दां सतगुरां दा सोहना चेहरा प्रतापी चेहरा सी उन्हां 5 दे चेहरे भी उदां दे ही सन। वो बहुत सोहने सन। जदों ते उन्हां सिर दिते उदों दया राम, हिम्मत चंद, मोहक मराए, सहब चंद उदों ते इहो जे नां सन। पर जदों उन्हां तंबू च 5 नूं बाहर लिआंदा उन्हें फिर गज के आख्या ए दया सिंह, ए धर्म सिंह, ए हिम्मत सिंह, ए मोहकम सिंह, ए साहिब सिंह। उन्हां दियां सारियां जातां पातां मिटा के उन्हें एक ही नां दे थल्ले सारियां नूं खिलार दिता। सत श्री अकाल। ते अबुल्ला तरानी कहंदा इत्थे बस नहीं, उन्हें आख्या हुण होर कोई उठे। लोग डरदे सन भी हुण ना सिर वड्डण सतगुरु। फिर हिम्मत करके 5 भुजंगी उठे। उन्हां दा नाम है दया देवा सिंह, राम सिंह, टहल सिंह, ईशर सिंह, फतेह सिंह। उन्हां 5 प्यारियां तो बाद बाजा वाले पातशाह ने 5 नूं फिर अमृत छकाया अपने पावन कर कमला नाल। इन्हां नूं महाराज ने 5 वीरां दा खिताब दिता।
ਉਹ ਪਹਿਲੇ 5 ਪਿਆਰੇ ਸਨ। ਇਹ ਮਹਾਰਾਜ ਨੇ 5 ਵੀਰ ਸਾਜੇ ਆ ਜਿਨ੍ਹਾਂ ਦਾ ਜ਼ਿਕਰ ਮਹਾਰਾਜ ਆਪਣੀ ਬਾਣੀ 'ਚ ਆਪ ਕਰਦੇ ਆ। ਦੇਵਾ ਸਿੰਘ ਫੁੱਨ ਰਾਮ ਸਿੰਘ, ਟਹਿਲ ਸਿੰਘ ਮਤ ਧੀਰ, ਈਸ਼ਰ ਸਿੰਘ ਬਰ ਫਤਿਹ ਸਿੰਘ, ਇਹੋ ਪੰਚੇ ਮੁਕਤੇ ਬਲਬੀਰ। ਮਹਾਰਾਜ ਨੇ ਇਹਨਾਂ ਨੂੰ ਨਵਾਜਿਆ। ਫਿਰ ਆਪ ਹੱਥ ਡਾ ਕੇ ਉਹ ਆਬੇ ਹਯਾਤ ਮੰਗਿਆ। ਅਬੁੱਲਾ ਤਰਾਨੀ ਕਹਿੰਦਾ ਮੇਰੇ ਕੋਲ ਰਹਿ ਨਹੀਂ ਹੋਇਆ, ਮੈਂ ਵੀ ਉਸੇ ਹੀ ਲਾਈਨ ਵਿੱਚ ਲੱਗ ਗਿਆ ਜਿਹੜੀ ਲਾਈਨ ਵਿੱਚ ਉਹ ਸਿੱਖ ਸਨ ਜਿਹੜੇ ਉਹ ਆਬੇ ਹਯਾਤ ਹਾਸਲ ਕਰਨਾ ਚਾਹੁੰਦੇ ਸਨ। ਕਹਿੰਦਾ ਮੈਂ ਵੀ ਉਸੇ ਲਾਈਨ 'ਚ ਜਾ ਲੱਗਿਆ। ਜਦੋਂ ਮੇਰੀ ਵਾਰੀ ਆਈ ਮੈਨੂੰ ਸਤਿਗੁਰਾਂ ਨੇ ਇੰਜ ਵੇਖਿਆ ਜਿੱਦਾਂ ਉਹਨਾਂ ਨੂੰ ਪਤਾ ਹੀ ਹੋਵੇ ਵੀ ਮੈਂ ਜਸੂਸ ਆ। ਤੇ ਕਹਿਣ ਲੱਗਾ ਉਹਨੂੰ ਭੁਲੇਖਾ ਲੱਗ ਕਿਵੇਂ ਸਕਦਾ ਸੀ, ਉਹ ਤੇ ਆਪ ਅੱਲਾਹ ਤਾਲਾ ਮਹਿਸੂਸ ਹੋ ਰਿਹਾ ਸੀ। ਮੈਂ ਸ਼ਰਮ ਨਾਲ ਸਿਰ ਝੁਕਾਇਆ। ਉਹਨੇ ਪਿਆਰ ਨਾਲ ਮੈਨੂੰ ਗੱਲ ਨਾਲ ਲਾਇਆ, ਜਿੰਨਾ ਉਹਨੇ ਆਪਣੇ ਸਿੱਖਾਂ ਨਾਲ ਪਿਆਰ ਕੀਤਾ ਮੇਰੇ ਨਾਲ ਵੀ ਓਨਾ ਹੀ ਕੀਤਾ। ਤੇ ਮੈਂ ਆਪ ਹੱਥ ਡਾ ਕੇ ਆਖਿਆ ਜੀ ਇਹ ਦਾਤ ਮੈਨੂੰ ਵੀ ਦਿਓ। ਜਦੋਂ ਸਤਿਗੁਰਾਂ ਨੇ ਮੈਨੂੰ ਉਹ ਦਾਤ ਦਿੱਤੀ, ਮੇਰਾ ਨਾਂ ਬੁੱਲਾ ਤਰਾਨੀ ਨਹੀਂ ਰਹਿ ਗਿਆ, ਮੇਰਾ ਨਾਂ ਹੁਣ ਅਜਮੇਰ ਸਿੰਘ ਆ ਤੇ ਮੈਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਆ। ਅੱਜ ਤੋਂ ਬਾਅਦ ਮੇਰੀ ਚਿੱਠੀ ਤੈਨੂੰ ਕੋਈ ਨਹੀਂ ਆਉਣੀ, ਇਹ ਆਖਰੀ ਚਿੱਠੀ ਹੈ। ਜੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ ਆਣ ਕੇ ਇਹਨਾਂ ਦੀ ਸ਼ਰਨ ਪੈ ਜਾ, ਨਹੀਂ ਤੇ ਏਦਾਂ ਹੀ ਰਹੇਗਾ। ਉਹਨੇ ਇਹੋ ਜੀ ਚਿੱਠੀ ਲਿਖ ਕੇ ਬਾਦਸ਼ਾਹ ਨੂੰ ਭੇਜੀ। ਉਦੋਂ ਬਾਅਦ ਉਹਨੇ ਕਦੀ ਬਾਦਸ਼ਾਹ ਨੂੰ ਰਿਪੋਰਟ ਨਹੀਂ ਕੀਤੀ। ਇਹ ਉਹ ਅਬੁੱਲਾ ਤਰਾਨੀ ਦੇ ਬੋਲ ਨੇ ਜਿਹੜੇ ਉਹਨੇ ਅੱਖੀਂ ਵੇਖੇ। ਸਾਡੇ ਸਿੱਖ ਕਹਿੰਦੇ ਆ ਮਹਾਰਾਜ ਤੰਬੂ 'ਚ ਲੈ ਗਏ, ਕਈ ਕਹਿੰਦੇ ਆ ਬੱਕਰੇ ਵੱਢ ਲਏ। ਜੇ ਮਹਾਰਾਜ ਨੇ ਸਿੱਖਾਂ ਨਾਲ ਹੀ ਧੋਖਾ ਕਰਨਾ ਸੀ ਉਹ ਤੇ ਪਹਿਲਾਂ ਹੀ ਹੁੰਦਾ ਹੁੰਦਿਆ ਸੀ। ਮਹਾਰਾਜ ਨੇ ਖਾਲਸੇ ਨੂੰ ਧੋਖੇ 'ਚੋਂ ਬਾਹਰ ਕੱਢਣਾ ਸੀ, ਇੱਕ ਇਹੋ ਜੀ ਜ਼ਿੰਦਗੀ ਦੇਣੀ ਸੀ। ਅੱਜ ਸਾਡੇ ਪ੍ਰਚਾਰਕਾਂ ਨੂੰ ਪਤਾ ਹੀ ਨਹੀਂ ਵੀ ਹੋ ਕੀ ਗਿਆ। ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਦਾ ਐਡਾ ਉੱਚਾ ਸੁੱਚਾ ਜੀਵਨ ਆ, ਸਾਡੇ ਪ੍ਰਚਾਰਕ ਮਾਤਾ ਨੂੰ ਰਵਾਈ ਜਾਂਦੇ ਆ। ਮੈਂ ਗੁਜਰੀ, ਮੇਰਾ ਨਾਂ ਗੁਜਰੀ, ਮੇਰੇ ਤੇ ਆ ਹੋ ਗਿਆ ਜੇ ਹੋ ਗਿਆ। ਮਾਤਾ ਇਦਾਂ ਤਰਲੇ ਮਾਰਦੀ ਹੋਏਗੀ। ਉਹ ਤੇ ਬੜੀ ਉੱਚੀ ਸ਼ਕਤੀ ਆ ਜਿਹਦੀ ਕੁੱਖ ਚੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਏ। ਜਦੋਂ ਉਹਨਾਂ ਆਪਣਾ ਪਤੀ ਤੋਰਨਾ ਸੀ, ਪਤਾ ਸੀ ਭਈ ਪੁੱਤ ਛੋਟਾ ਹੈ। ਤੇ ਜਿੱਦਣ ਪੁੱਤ ਵਿਛੜਿਆ, ਜਿੱਦਣ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਉਹਨਾਂ ਤੇ ਉਦਣ ਗਿਲਾ ਨਾ ਕੀਤਾ। ਨਿੱਕੀਆਂ ਨਿੱਕੀਆਂ ਗੱਲਾਂ ਤੇ ਮਾਤਾ ਨੇ ਅਫਸੋਸ ਕਰਨਾ ਸੀ। ਕਈ ਭਾਈ ਦਇਆ ਸਿੰਘ ਨੂੰ ਰਵਾਈ ਜਾਂਦੇ ਆ ਵੀ ਜਦੋਂ ਚਮਕੌਰ ਦੀ ਗੜੀ 'ਚੋਂ ਮਹਾਰਾਜ ਚੱਲਣ ਲੱਗੇ, ਲਾਸ਼ਾਂ ਦਿਖ ਪਈਆਂ। ਮਹਾਰਾਜ ਕਹਿੰਦੇ ਮੈਂ ਕੱਪੜਾ ਨਾ, ਭਾਈ ਦਇਆ ਸਿੰਘ ਕਹਿੰਦਾ ਮੈਂ ਕੱਪੜਾ ਨਾ ਪਾ ਦਾਂ। ਜੇ ਭਾਈ ਦਇਆ ਸਿੰਘ ਇਹੋ ਜਿਹੇ ਮੋਹ ਮਾਇਆ ਦੇ ਫਾਸ ਵਿੱਚ ਹੀ ਫਸਿਆ ਹੁੰਦਾ ਤੇ ਉਹ ਪੰਜਾਂ ਪਿਆਰਿਆਂ 'ਚ ਪ੍ਰਵਾਨ ਕਿਵੇਂ ਹੁੰਦਾ। ਤੇ ਜੇ ਉਹ ਕਾਮ ਕ੍ਰੋਧ ਲੋਭ ਮੋਹ ਝੂਠ ਨਿੰਦਿਆ ਦੇ ਵਿੱਚ ਗਰਸਿਆ ਸੀ ਤੇ ਗੁਰੂ ਨੇ ਉਹ ਸਿਰ ਵੱਢਿਆ। ਫਿਰ ਜਿਹੜਾ ਗੁਰੂ ਨੇ ਲਾਇਆ ਉਹ ਤੇ ਗੁਰੂ ਦੀ ਮੱਤ ਸੀ। ਤੇ ਜਿਹੜੇ ਗੁਰੂ ਦੀ ਮੱਤ ਵਾਲੇ ਉਹ ਤਰਲੇ ਮਾਰਦੇ ਹੁੰਦੇ ਆ, ਉਹ ਰੋਂਦੇ ਹੁੰਦੇ ਆ, ਉਹ ਹਾੜੇ ਕੱਢਦੇ ਆ ਵੀ ਮੈਨੂੰ ਛੱਡ ਦਿਓ, ਮੇਰੇ ਤੇ ਆ ਹੋ ਗਿਆ ਜੇ ਹੋ ਗਿਆ। ਸਾਡੇ ਪ੍ਰਚਾਰਕਾਂ ਨੇ ਭਾਵਨਾ ਦੀ ਨਦੀ 'ਚ ਵਹਿ ਕੇ ਗੁਰੂ ਨੂੰ ਵੀ ਉਧਰ ਹੀ ਖਿੱਚ ਲਿਆ। ਪਰ ਇਦਾਂ ਹੈ ਨਹੀਂ। ਸਾਨੂੰ ਲੱਗਦਾ ਵੀ ਅਸੀਂ ਦੁੱਖ 'ਚ ਰੋਂਦੇ ਆ, ਸਤਿਗੁਰੂ ਵੀ ਰੋਂਦੇ ਹੋਣਗੇ। ਸਾਡੇ ਵਿੱਚ ਤੇ ਗੁਰੂ 'ਚ ਇੱਕ ਹੀ ਫਰਕ ਆ, ਅਸੀਂ ਭਾਣਾ ਨਹੀਂ ਮੰਨਦੇ, ਉਹਨਾਂ ਭਾਣਾ ਮੰਨਿਆ ਤੇ ਸਿਖਾਇਆ ਵੀ ਭਾਣਾ ਮੰਨਣਾ। ਏਦਾਂ ਦਾ ਖਾਲਸਾ ਮਹਾਰਾਜ ਨੇ ਸਾਜਿਆ ਜਿਹੜਾ ਭਰਮਾਂ ਤੋਂ ਦੂਰ, ਜਿਹੜਾ ਭੁਲੇਖਿਆਂ ਤੋਂ ਦੂਰ, ਜਿਹੜਾ ਵਿਤਕਰਿਆਂ ਤੋਂ ਦੂਰ, ਜਿਹੜਾ ਕਾਮ ਕ੍ਰੋਧ ਫਰੇਬ ਤੋਂ ਦੂਰ, ਜਿਹੜਾ ਦੁਵੈਤ ਤੋਂ ਦੂਰ, ਜਿਹੜਾ ਸਾਰੇ ਨੈਗੇਟਿਵਿਟੀ ਤੋਂ ਦੂਰ ਹੈ। ਨਰੋਲ ਖਾਲਸ ਆ ਉਹ ਵਾ ਖਾਲਸਾ। ਤੇ ਉਹ ਖਾਲਸੇ ਨੂੰ ਮਹਾਰਾਜ ਕਹਿੰਦੇ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਪਿੰਡ ਪੁਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹਉ ਸਾਧ ਸਾਧ ਸੰਗਾ। ਕਹਿੰਦੇ ਸਾਰਾ ਕੁਝ ਹੀ ਮੇਰਾ ਖਾਲਸਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅੱਜ ਮੈਨੂੰ ਉਹਨਾਂ ਲੋਕਾਂ ਤੇ ਬੜਾ ਤਰਸ ਆਉਂਦਾ ਜਿਹੜੇ ਕਹਿੰਦੇ ਆ ਪੰਥ ਨੂੰ ਧਾ ਲੱਗ ਗਿਆ, ਜਿਹੜੇ ਕਹਿੰਦੇ ਪੰਥ ਦਾ ਨੁਕਸਾਨ ਹੋ ਗਿਆ। ਹੈਰਾਨੀ ਦੀ ਗੱਲ ਇਹ ਆ ਭਈ ਜਿਹਦੀ ਅਗਵਾਈ ਕੋਈ ਬੰਦਾ ਨਹੀਂ ਕਰਨ ਡਿਆ, ਜਿਸ ਪੰਥ ਦੀ ਅਗਵਾਈ ਅਕਾਲ ਪੁਰਖ ਆਪ ਕਰਨ ਡਏ ਆ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਕਿਸੇ ਬੰਦੇ ਦੀ ਤਾਂ ਫੌਜ ਹੀ ਨਹੀਂ ਗੀ। ਕਿੱਥੇ ਲਿਖਿਆ ਮਹਾਰਾਜ ਨੇ ਕਿਹਾ ਹੋਵੇ ਮੇਰਾ ਖਾਲਸਾ। ਮਹਾਰਾਜ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ। ਮਹਾਰਾਜ ਕਹਿੰਦੇ ਇਹ ਖਾਲਸੇ ਦਾ ਤੇ ਮੈਂ ਦਾਸ ਆ। ਮਾਲਕੀ ਤੇ ਰੱਖੀ ਨਹੀਂ ਮਹਾਰਾਜ ਨੇ ਖਾਲਸੇ 'ਚ। ਤੇ ਕਈ ਕਹਿੰਦੇ ਖਾਲਸੇ ਨੂੰ ਧਾਰ ਨਹੀਂ ਲੱਗ ਸਕਦੀ ਭਾਈ, ਕਿਉਂਕਿ ਖਾਲਸਾ ਕੋਈ ਸੰਸਥਾ ਨਹੀਂ ਗੀ, ਖਾਲਸਾ ਕੋਈ ਕਮੇਟੀ ਨਹੀਂ, ਖਾਲਸਾ ਕੋਈ ਧਿਰਾਬਾਜੀ ਨਹੀਂ। ਜਿਹੜਾ ਪੰਥ ਆ ਨਾ ਇਹ ਅਕਾਲ ਪੁਰਖ ਦਾ ਰੂਪ ਆ।
खालसा होवे खुद खुदा, जिम खूबी खूब खुदाए, आन न माने किसे की बिन सच्चे पातशाह। एहो जिहा खालसा है जिहदा अज असीं प्रकाश मना रहे हैं। ਇਹ ਮਹਾਰਾਜ ਨੇ ਖਾਲਸਾ ਸਾਜਿਆ ਤੇ ਜਦੋਂ ਖਾਲਸਾ ਸਾਜ ਦਿੱਤਾ ਇੱਥੋਂ ਤੱਕ ਇਤਿਹਾਸ ਤੋਂ ਹੀ ਸੁਣਿਆ, ਤਾਂ ਕਰਕੇ ਮੈਂ ਪੰਛੀ ਝਾਤ ਮਾਰ ਕੇ ਲੰਘਿਆ। ਹੁਣ ਮੈਂ ਬਚਨ ਸੁਣਾਉਣਾ ਭਈ ਜਦੋਂ ਖਾਲਸੇ ਨੂੰ ਮਹਾਰਾਜ ਨੇ ਸਾਜਿਆ ਤੇ ਅੱਜ ਜਿੰਨੀ ਵੀ ਸੰਗਤ ਇੱਥੇ ਬਹਿ ਕੇ ਸੁਣਨ ਡਏ ਜੇ, ਚਾਰ ਗੱਲਾਂ ਯਾਦ ਰੱਖਣੀਆਂ। ਕਿਉਂਕਿ ਤੁਸੀਂ ਸਮਾਗਮ ਕਰਾਇਆ, ਸਾਨੂੰ ਪੰਜਾਬ ਤੋਂ ਸੱਦਿਆ, ਅਸੀਂ ਵੀ ਜੇ ਇੱਥੇ ਆਣ ਕੇ ਟਾਈਮ ਖਰਾਬ ਕਰਕੇ ਜਾਂ ਲੰਘਾ ਕੇ ਚਲੇ ਗਏ, ਤੁਹਾਡੇ ਬਹਿਣ ਦਾ ਫਾਇਦਾ ਨਹੀਂ, ਸਾਡੇ ਆਉਣ ਦਾ ਫਾਇਦਾ ਨਹੀਂ। ਮੈਂ ਇਹ ਬੇਨਤੀ ਕਰਦਾ, ਅੱਜ ਜਿਸ ਖਾਲਸੇ ਦਾ ਪ੍ਰਕਾਸ਼ ਤੁਸੀਂ ਮਨਾ ਰਹੇ ਹੋ, ਚਾਰ ਗੱਲਾਂ ਉਹ ਖਾਲਸੇ ਦੀਆਂ ਦੁਨੀਆ ਨਾਲੋਂ ਵੱਖਰੀਆਂ ਨੇ। ਤੇ ਜੇ ਉਹ ਚਾਰ ਗੱਲਾਂ ਸਾਡੇ ਵਿੱਚ ਹਨ ਤਾਂ ਅਸੀਂ ਸਿੰਘ ਆ, ਤਾਂ ਅਸੀਂ ਸਿੱਖ ਆ, ਤਾਂ ਅਸੀਂ ਖਾਲਸੇ ਆ। ਤੇ ਜੇ ਉਹ ਚਾਰ ਗੱਲਾਂ ਨਹੀਂ ਤੇ ਫੇਰ ਤੇ ਸੱਚੇ ਪਾਤਸ਼ਾਹ ਨੂੰ ਪਤਾ ਹੀ ਹੈ ਸਾਰੀ ਗੱਲ ਦਾ। ਤੇ ਮਹਾਰਾਜ ਵੀ ਕਹਿੰਦੇ ਨੇ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਮਹਾਰਾਜ ਸਿੱਧੇ ਅੱਖਰਾਂ 'ਚ ਕਹਿਣ ਦੇ, ਕੋਈ ਲਾਰਾ ਨਹੀਂ ਲਾਇਆ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਬੇ ਹੋਏ ਵਿਪਰਨ ਕੀ ਰੀਤ, ਤਬ ਮੈਂ ਨਾ ਕਰੂੰ ਇਨਕੀ ਪ੍ਰਤੀਤ। ਮਹਾਰਾਜ ਨੇ ਐਵੇਂ ਕਿਹਾ। ਤੇ ਉਹ ਚਾਰ ਗੱਲਾਂ ਕੀ ਨੇ? ਕਹਿਣੀ, ਬੋਲਣਾ। ਖਾਲਸੇ ਦਾ ਬੋਲਣਾ ਕਦੀ ਫਿੱਕਾ ਨਹੀਂ ਹੋ ਸਕਦਾ। ਖਾਲਸੇ ਦਾ ਕੋਈ ਵੀ ਲਫ਼ਜ਼ ਐਦਾਂ ਦਾ ਨਹੀਂ ਹੈ ਜਿਹੜਾ ਕਿਸੇ ਦਾ ਦਿਲ ਦਿਖਾਵੇ। ਜਿਹੜਾ ਐਦਾਂ ਬੋਲਦਾ ਵਾ ਉਹ ਖਾਲਸਾ ਨਹੀਂ, ਤੇ ਜਿਹੜਾ ਖਾਲਸਾ ਉਹ ਕਦੀ ਕਿਸੇ ਦਾ ਦਿਲ ਨਹੀਂ ਦਿਖਾਉਂਦਾ। ਕਿਉਂਕਿ ਖਾਲਸੇ ਦੀ ਕਹਿਣੀ ਹਮੇਸ਼ਾ ਸਹੀ ਹੈ, ਕਿਉਂਕਿ ਉਹ ਗੱਲ ਆਪਣੀ ਮੱਤ ਤੋਂ ਨਹੀਂ, ਗੁਰੂ ਦੀ ਮੱਤ ਤੋਂ ਕਹਿੰਦਾ। ਇਸ ਕਰਕੇ ਖਾਲਸੇ ਦਾ ਪਹਿਲਾ ਗੁਣ ਆ ਕਹਿਣੀ, ਦੂਜਾ ਵਾ ਰਹਿਣੀ। ਖਾਲਸੇ ਦੀ ਸੰਗਤ ਗੁਰਮੁਖਾਂ ਦੀ ਆ, ਹੰਸਾਂ ਦੀ ਆ, ਬੰਗਲਿਆਂ ਦੀ ਨਹੀਂ। ਖਾਲਸੇ ਦੀ ਬਹਿਣੀ ਪ੍ਰੇਮੀਆਂ ਦੀ ਆ, ਵਿਵਾਦ ਵਾਲੇ ਲੋਕਾਂ ਦੀ ਨਹੀਂ। ਖਾਲਸੇ ਦੀ ਬਹਿਣੀ ਗੁਰਮੁਖਾਂ ਦੀ ਆ, ਮਨਮੁਖਾਂ ਦੀ ਨਹੀਂ। ਖਾਲਸੇ ਦੀ ਸੰਗਤ ਉਹਨਾਂ ਦੀ ਆ ਜਿਹੜੇ ਆਤਮਾ ਤੇ ਪ੍ਰਮਾਤਮਾ ਦੀ ਗੱਲ ਕਰਦੇ ਆ, ਨਾ ਕਿ ਦੁਨੀਆ ਦੀਆਂ ਚੁਗਲੀਆਂ ਕਰਨ। ਜਿਹੜਾ ਐਦਾਂ ਦੀ ਬਹਿਣੀ ਬਹਿ ਗਿਆ ਉਹ ਖਾਲਸਾ ਹੋ ਨਹੀਂ ਸਕਦਾ। ਖਾਲਸੇ ਦੀ ਬਹਿਣੀਆਂ ਸੰਗਤ, ਖਾਲਸੇ ਦੀ ਬਹਿਣੀਆਂ ਪੰਗਤ, ਖਾਲਸੇ ਦੀ ਬਹਿਣੀਆਂ ਗੁਰਮੁਖਾਂ ਦੀ ਸੰਗਤ, ਖਾਲਸੇ ਦੀ ਬਹਿਣੀਆਂ ਸਾਧੂਆਂ ਸੰਤਾਂ ਭਗਤਾਂ ਦੀ ਸੰਗਤ। ਤੇ ਜਿਹੜੀ ਇਹ ਬਹਿਣੀ ਆ ਨਾ, ਕਹਿਣੀ ਤੇ ਬਹਿਣੀ, ਖਾਲਸੇ ਦਾ ਵਿਚਰਨਾ ਜਿਹੜਾ ਵਾ ਉਹ ਪ੍ਰਚਾਰ ਆ। ਹੁਣ ਜੇ ਕੋਈ ਏਦਾਂ ਦਾ ਪਹਿਰਾ ਨਾ ਰੱਖੇ, ਅੱਜ ਮੈਂ ਇੱਕ ਬੜੇ ਦੁਖੀ ਹਿਰਦੇ ਨਾਲ ਗੱਲ ਕਹਿਣਾ, ਸਾਡੇ ਪ੍ਰਚਾਰਕਾਂ ਨੂੰ ਮੈਂ ਮਾੜਾ ਨਹੀਂ ਕਹਿੰਦਾ, ਪਰ ਬਹੁਤ ਏਦਾਂ ਦੇ ਨੇ ਜਿਹੜੇ ਸਟੇਜ ਤੇ ਆਉਣ ਲੱਗਿਆ ਬਾਣੇ ਪਾ ਲੈਂਦੇ, ਮੁੜ ਕੇ ਘਰ ਜਾ ਕੇ ਲਾ ਲੈਂਦੇ ਆ। ਜਿਨ੍ਹਾਂ ਦੀ ਆਪਣਾ ਹੀ ਕਿਰਦਾਰ ਐਵੇਂ ਦਾ, ਉਹਨਾਂ ਦੀ ਕਹੀ ਹੋਈ ਗੱਲ ਕਿਸੇ ਨੇ ਕਿੰਨੀ ਕੁ ਮੰਨਣੀ ਹੈ। ਪਹਿਲਾਂ ਤੇ ਆਪਣਾ ਕਿਰਦਾਰ ਓਡਾ ਕਾਬਲ ਹੋਵੇ ਨਾ, ਕਿਉਂਕਿ ਜ਼ੁਬਾਨ ਦੀ ਕਈ ਗੱਲ ਕੰਨ ਤੇ ਜਾ ਕੇ ਮੁੱਕ ਜਾਂਦੀ ਹੈ, ਜਿਹੜੀ ਅੰਦਰੋਂ ਗੱਲ ਨਿਕਲੇ ਉਹ ਹੀ ਅੰਦਰ ਜਾਂਦੀ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਇਹ ਵੀ ਇੱਕ ਕਾਰਨ ਆ ਕਿ ਪ੍ਰਚਾਰ ਤੇ ਬੜਾ ਪਰ ਹੈ ਨਹੀਂ। ਬਹੁਤ ਪ੍ਰਚਾਰ ਹੈ ਪੰਥ ਦਾ, ਪਰ ਹੈ ਨਹੀਂ। ਤੋ ਖਾਲਸਾ ਜੀ ਬਹਿਣੀ ਖਾਲਸੇ ਦੀ ਬੜੀ ਉੱਚੀ ਸੁੱਚੀ ਹੈ। ਕਹਿਣੀ, ਬਹਿਣੀ, ਰਹਿਣੀ। ਖਾਲਸਾ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ। ਆਪਾਂ ਸਾਰਿਆਂ ਨੂੰ ਪਤਾ ਮਹਾਰਾਜ ਨੇ ਬਾਜ ਰੱਖਿਆ, ਬਾਜ ਪਾਲਣ ਲਈ ਨਹੀਂ ਰੱਖਿਆ, ਬਾਜ ਸ਼ੌਂਕ ਲਈ ਰੱਖਿਆ। ਬਾਜ ਦਾ ਗੁਣ ਆ ਖਾਲਸੇ ਵਿੱਚ, ਬਾਜ ਦੀ ਜਿੰਨੀ ਵੀ ਉਮਰ ਹੋਵੇ ਉਹ ਸਾਰੀ ਉਮਰ ਵਿੱਚ ਇੱਕ ਵਾਰ ਵੀ ਆਲਸ ਨਹੀਂ ਕਰਦਾ। ਤੇ ਖਾਲਸਾ ਵੀ ਆਲਸੀ ਨਹੀਂਗਾ, ਖਾਲਸਾ ਵੀ ਤਿਆਰ ਬਰ ਤਿਆਰ ਹੈ। ਬਾਜ ਸਭ ਤੋਂ ਉੱਚੀ ਉਡਾਨ ਭਰਦਾ ਹੈ, ਖਾਲਸੇ ਦੀ ਵੀ ਮੱਤ ਸਭ ਤੋਂ ਉੱਚੀ ਹੈ। ਬਾਜ ਕਦੀ ਕਿਸੇ ਦੀ ਗੁਲਾਮੀ ਨਹੀਂ ਪ੍ਰਵਾਨ ਕਰਦਾ, ਖਾਲਸਾ ਵੀ ਕਿਸੇ ਦਾ ਗੁਲਾਮ ਨਹੀਂਗਾ। ਬਾਜ ਜਿੰਨੀ ਉੱਚੀ ਉਡਾਨ ਭਰਦਾ ਉਹਦੀ ਨਜ਼ਰ ਓਨੀ ਥੱਲੇ ਰਹਿੰਦੀ ਹੈ, ਬਰੀਕ ਨਜ਼ਰ। ਖਾਲਸੇ ਦਾ ਵੀ ਮਨ ਨੀਵਾ, ਮੱਤ ਉੱਚੀ ਹੈ। ਬਾਜ ਦਾ ਗੁਣ ਹੈ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ, ਖਾਲਸਾ ਆਪਣਾ ਸ਼ਿਕਾਰ ਆਪ ਕਰਦਾ। 19 ਵਾਰੀ ਦਿੱਲੀ ਫਤਿਹ ਹੋਈ, ਖਾਲਸਾ ਜਿੱਧਰ ਚੜ ਕੇ ਜਾਂਦਾ ਰਿਹਾ ਫਤਿਹ ਕਰਦਾ ਰਿਹਾ ਮੋਰਚੇ। ਇਹ ਖਾਲਸੇ ਦਾ ਗੁਣ ਆ। ਬਾਜ ਦਾ ਗੁਣ ਆ, ਉਹ ਉਧਰ ਨੂੰ ਉੱਡਦਾ ਵਾ ਜਿੱਧਰ ਨੂੰ ਹਵਾ, ਸਾਰੇ ਪੰਛੀ ਉਧਰ ਨੂੰ ਉੱਡਦੇ ਨੇ ਜਿੱਧਰੋਂ ਹਵਾ ਆਉਂਦੀ ਜਾਂਦੀ ਹੋਵੇ। ਬਾਜ ਆਪਣੀ ਮਰਜ਼ੀ ਦੀ ਉਡਾਨ ਭਰਦਾ, ਉਹ ਚਾਵੇ ਚੜ੍ਹਦੇ ਨੂੰ ਜਾਵੇ, ਉਹ ਚਾਵੇ ਲਹਿੰਦੇ ਨੂੰ। ਖਾਲਸੇ ਉੱਤੇ ਕਾਲ ਦਾ ਵੀ ਕਬਜ਼ਾ ਨਹੀਂਗਾ, ਕਿਉਂਕਿ ਹਵਾਏ ਕਾਲ ਉਹਦਾ ਹੁਕਮ। ਕਾਲ ਦੇ ਵਿੱਚ ਕਾਲ ਕੇ ਬਣਾਏ ਸਭੇ ਕਾਲ ਹੀ,
ਚਬਾहेंगे पर जेड़ा खालसा वो काल विच नहींगा। जिद्दां बाज अपनी मर्जी दी उड़ान भरदा ना, हवा दे रुख च नहीं उड़दा, इवें खालसे दी मत नीवी आ, मत निर्मल आ, मन नीवा मत उच्ची है। वो अपनी उड़ान उधर नूं भरदा जिधर नूं गुरु चाहुंदा, ना कि जिधर नूं दुनिया दीयां रीतां चाहुंदियां। ये भी गुण खालसे दा। खालसे दी कहनी बहनी रहनी रहनी एडी उच्ची है जिद्दां दे गुण बाज दे। ते सहनी सहन शक्ति, खालसा छेती कीतिया किसी दे गल नहीं पैंदा। खालसा छेती कीतिया, खालसा कदी भी छेती कीतिया किसी दा बुरा नहीं करता। इस तरीके नाल खालसे दा पहरा है। ये चार गुण ने, कहनी बहनी रहनी ते सहनी। ये चार गल्लां विच जेड़ा प्रपाक्या ओ खालसा। मैं भी बचन करा, जे कोई मेरे वांग बाणा पा के कहे भई मैं निहंग सिंह हां, ते भी गल गलत जे। निहंग ओ वा जिहदे विच हंगता नहीं है, हंगता तो रहत निहंग है। सिखो जिहड़ा सिखदा, सिंह ओ जिहड़ा गुरु दे बचनां च है। कोई बाणा पा के निहंग सिंह नहीं हो सकता, लेकिन गुरु की फौज ओ इदां दी है। असी पंजवीं पीढ़ी निहंग सिंह, असी सके भरा वां सारे। आ मेरे तो छोटा, सब तो छोटा। इस करके सतगुरां ने बाणी बाणा सानू विरासत च दिता है। ये बाणे दी खेड, खालसे दी खेड, सिੱਖੀ दी खेड बड़ी उच्ची है। अज तक सानू ये ही नहीं समझ आई भी सिੱਖੀ दा शिखर की है। गां जाना तो बड़ी वड्डी गल। समा मेरा बड़ा तेजी नाल तुरिया जान दिया। हुण मैं वो इतिहास सुनाउणा वा जिहदा हुक्म मैनू प्रबंधका कीता है, क्योंकि खालसा जी दा प्रकाश ते तुसीं हर साल सुनिया ते कुछ ना कुछ मैं भी तुहाडे चरनां 'च रखिया। पर अज मैं तुहानू वो इतिहास सुनाउण लगा जेड़ा बहुत आंत विच नहीं पता। सुनाउण दा ते ओही फायदा ना, जो तुसीं सुनिया वा ते सुनिया ही आ, वो भी सुनाउणा चाहिदा जो गुप्त आ। मैं आप जी नू ये दसना चाहुंदा भी खालसे दा किरदार की है। जिस खालसे दा अज असीं प्रकाश मना रहे हैं, वो खालसे दा स्वरूप, वो खालसे दा किरदार, वो खालसे दी उच्ची मुरातबे वाली शक्ति किन्नी क प्रबल आ, मैं वो तुहानू दसना चाहुंदा। गल आ दमदमा साहब दी, तलवंडी साहबो बठिंडे दी। दमदमा साहब दी धरती ते धन गुरु गोबिंद सिंह साहब सच्चे पातशाह महाराज जी ने गुरु ग्रंथ साहब जी की संपादना की। फिर उथों दे जथेदार सिंह साहब बाबा जी, बाबा दीप सिंह साहब जी अकाली जी, उन्होंने जथेदार बनाया। ते ये गल कही भई इत्थे रह के बाणी बाणे नाल भचंगी तैयार करदे रहियो। ऐदां कह के आप महाराज हजूर साहब दखण नूं चले गए। दमदमा साहब की जिम्मेवारी रही है बाबा दीप सिंह साहब जियां दी। ओ बाबा दीप सिंह साहब जिन्हां ने सिर लथे ते भी ताले साहब तो तुरे 12 मील का सफर तय करके जा पहुंचे हरमंदर साहब। उत्थे जाके उन्हां सीस भेंट कीता। ओ बाबा दीप सिंह साहब ते बचन होण शुरू हुंदा भाई बाबा दीप सिंह साहब जी ने गुरुद्वारे विच बड़े बच्चे पढ़ाए, बड़ियां नूं बाणी बाणी नाल जोड़िया। एक दिन की गल आ, बाबा जी बाबा दीप सिंह साहब जियां दे उस पावन गुरुद्वारे विच एक पंडित आ गया। वो गुरुद्वारे दे अंदर आया, उन्होंने पहरेदारां वेख्या भी कोई बाहर दा बंदा आया। बड़े प्रेम दे नाल हाथ जोड़ के सिंह आख्या, पंडित जी आया नूं शरदाई छकोगे, प्रशादा छकोगे, देगा छकोगे, की छकना? पंडित रोन लग पिया। आप जी ध्यान नाल सुनियो, मैं गल रिपीट करांगा ते टाइम लंघ जाना मेरा। मैं जेड़ी गल इक्को वारी कहनी है इक्को वारी भी कहनी है, ते ये गल मैं दोबारे ना कहां, ये भी तुसीं ध्यान रखियो। बाबा जी बाबा दीप सिंह साहब दे गुरुद्वारे एक पंडित आया। जदों उन्हें आण के खालसे नूं वेख्या, ਸਿੰਘਾਂ भी वेख्या भी एक ब्राह्मण पंडित आया। उन्होंने प्यार दे नाल पुछया जी की छकोगे? वो रोन लग पिया। सिंह पुछदे, पंडित जी रो ना, तू ये ते दस ना तेनू दुख की है? कहन लगा मैं उन्हों मिल आया जिहदियां कुछ निशानियां मैनू लोकां ने दसियां ने। ते पहरेदार पुछन लगे भी की निशानियां ने? वो कहंदा भी जिहदा दमाला चक्रा ना मड़िया होवे, जिहदे दमाले ते फर्रा झुलदा होवे, मैनू दसिया भी जिन्हों मैं मिलना ओदा बुरज वर्गा शरीर है, ओदा चौड़ा सीना, ओदियां लंमियां बाहां, ओदे नेत्रां 'च मस्ती है, ओदा चमकदा मथा, ओदियां भखदियां गल्लां। ओ तुहाडा जथेदार बाबा दीप सिंह साहब है, मैं ओदे दर्शन करने। सिंह आख्या, पंडित जी बाबा जी भोरे विच रह के बंदगी करदे आ, उथों आउंदे भी अपनी मर्जी नाल आ,
ਤੇ ਭੋਰੇ 'ਚ ਜਾਂਦੇ ਵੀ ਆਪਣੀ ਮਰਜ਼ੀ ਨਾਲ ਹੈ। ਅਸੀਂ ਉਹਨਾਂ ਨੂੰ ਤੇ ਬਾਹਰ ਨਹੀਂ ਲਿਆ ਸਕਦੇ, ਪਰ ਤੈਨੂੰ ਬਾਬਾ ਜੀ ਦੇ ਸਾਹਮਣੇ ਲਿਜਾ ਸਕਦੇ ਹਾਂ। ਪੰਡਤ ਕਹਿਣ ਲੱਗਾ ਫਿਰ ਟਾਈਮ ਨਾ ਲਾਓ, ਮੈਂ ਬਹੁਤ ਦੁਖੀ ਹਾਂ। ਸਿੰਘਾਂ ਨੇ ਬਾਹ ਫੜੀ, ਲੈ ਗਏ ਬਾਬਾ ਜੀ ਦੇ ਭੋਰੇ ਅੱਗੇ। ਜਦੋਂ ਜਾ ਕੇ ਪੰਡਤ ਨੂੰ ਖਿਲਾਰਿਆ, ਉਹ ਉੱਥੇ ਵੀ ਰੋਈ ਜਾਵੇ। ਰੋਣ ਦੀ ਆਵਾਜ਼ ਬਾਬਾ ਜੀ ਦੇ ਕੰਨਾਂ ਵਿੱਚ ਪਈ। ਬਾਬਾ ਜੀ ਨੇ ਕਲਮ ਰੱਖ ਦਿੱਤੀ, ਮਾਲਾ ਛੱਡ ਦਿੱਤੀ, ਨਿਕਲ ਕੇ ਆਏ ਭੋਰੇ ਵਿੱਚੋਂ ਬਾਹਰ। ਜਦੋਂ ਬਾਬਾ ਜੀ ਆਣ ਕੇ ਖਲੋਤੇ, ਪੰਡਤ ਨੇ ਸਾਰੇ ਸਰੀਰ ਦਾ ਦਰਸ਼ਨ ਕੀਤਾ। ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਰੀਰ ਬੜਾ ਬਲੀ ਸੀ, ਉਹ ਬਹੁਤ ਬਹਾਦਰ ਸਨ। ਬਾਬਾ ਬੰਦਾ ਸਿੰਘ ਦੇ ਨਾਲ ਉਹਨਾਂ ਕਈ ਜੰਗ ਲੜੇ ਸਨ। ਜਦੋਂ ਪੰਡਤ ਨੇ ਬਾਬਾ ਜੀ ਦਾ ਦਰਸ਼ਨ ਕੀਤਾ, ਉਵੇਂ ਹੀ ਦਮਾਲੇ ਤੇ ਫਰਰਾ ਝੁੱਲੇ, ਚੱਕਰ ਦਮਾਲਿਆਂ ਨਾਲ ਮੜਿਆ। ਬਾਬਾ ਜੀ 35 ਚੱਕਰ ਸਜਾਉਂਦੇ ਸਨ ਦਮਾਲੇ ਤੇ। ਖੰਡਾ, ਤੀਰ, ਬਾਗ, ਬਹੁਤ ਤਰ੍ਹਾਂ ਦੇ ਸ਼ਸਤਰ ਦਮਾਲੇ ਤੇ ਸਾਜਦੇ ਸਨ। ਬਾਬਾ ਜੀ ਦੇ ਗਾਤਰੇ ਹਰ ਦਮ ਤਲਵਾਰ ਰਹਿੰਦੀ, ਉਹਨਾਂ ਦਾ ਕਮਰ ਕਸਾ। ਬਾਬਾ ਜੀ ਆ ਸੱਜ ਧੱਜ ਕੇ ਰਹਿੰਦੇ ਸਨ। ਜਦੋਂ ਪੰਡਤ ਨੇ ਦਰਸ਼ਨ ਕੀਤਾ, ਬਾਬਾ ਜੀ ਦੇ ਪੈਰੀਂ ਡਿੱਗ ਪਿਆ, ਘੁੱਟ ਕੇ ਚਰਨ ਫੜੇ, ਐਦਾਂ ਰੋਇਆ ਜਿੱਦਾਂ ਕੋਈ ਨਿਆਣਾ ਰੋਵੇ। ਬਾਬਾ ਜੀ ਨੇ ਆਖਿਆ, ਖਾਲਸਾ ਜੀ ਇਹ ਬੰਦਾ ਕੌਣ ਆ ਜਿਹੜਾ ਰੋਂਦਾ? ਇਹਨੂੰ ਕਿਸੇ ਨੇ ਕੁਝ ਕਿਹਾ? ਸਿੰਘ ਕਹਿਣ ਲੱਗੇ, ਬਾਬਾ ਜੀ ਕਿਸੇ ਨੇ ਕੀ ਕਹਿਣਾ ਸੀ, ਇਹ ਜਦੋਂ ਦਾ ਗੁਰਦੁਆਰੇ ਦੇ ਅੰਦਰ ਆਇਆ, ਇਹਨੇ ਬਸ ਤੁਹਾਡਾ ਪਤਾ ਪੁੱਛਿਆ ਤੇ ਫਿਰ ਰੋਣ ਲੱਗ ਪਿਆ, ਇਹਨੇ ਸਾਨੂੰ ਦੱਸਿਆ ਕੁਝ ਨਹੀਂ। ਬਾਬਾ ਜੀ ਨੇ ਮੋਢਿਆਂ ਤੋਂ ਫੜ ਕੇ ਖਿਲਾਰ ਕੇ ਆਖਿਆ, ਪੰਡਤ ਜੀ ਪਹਿਲਾਂ ਚੁੱਪ ਕਰ, ਜੇ ਰੋਈ ਜਾਏਗਾ ਸਾਨੂੰ ਇਹ ਪਤਾ ਕਿਵੇਂ ਲੱਗੇਗਾ ਵੀ ਤੈਨੂੰ ਦੁੱਖ ਕੀ ਆ। ਪਹਿਲਾਂ ਚੁੱਪ ਕਰ, ਫਿਰ ਦੱਸ ਰੋਣਾ ਕਿਉਂ ਆ। ਉਹਨੇ ਵੱਡਾ ਜਿਹਾ ਹੌਕਾ ਲੈ ਕੇ ਆਖਿਆ, ਬਾਬਾ ਜੀ ਮੈਂ ਲੁੱਟਿਆ ਗਿਆ, ਮੈਨੂੰ ਏਦਾਂ ਲੱਗਦਾ ਜਿਵੇਂ ਮੈਂ ਮਰਨ ਕੰਢੇ ਆ ਗਿਆ ਹਾਂ। ਬਾਬਾ ਜੀ ਕਹਿੰਦੇ, ਹੋਇਆ ਕੀ ਆ, ਤੇਰਾ ਨਾਂ ਕੀ ਆ, ਤੇਰਾ ਪਿੰਡ ਕਿਹੜਾ? ਕਹਿਣ ਲੱਗਾ, ਜੀ ਮੇਰਾ ਨਾਮ ਆ ਪੰਡਤ ਹਰੀਦਾਸ, ਪਿੰਡ ਆ ਮੇਰਾ ਪੱਕਾ ਪਿੰਡ। ਉਹ ਤਲਵੰਡੀ ਸਾਬੋ ਤੋਂ 7 ਮੀਲਾਂ ਦੀ ਦੂਰੀ ਤੇ ਸੀ। ਕਿਲੋਮੀਟਰ ਨਾਲੋਂ ਮੀਲ ਵੱਡਾ ਹੁੰਦਾ, 1 ਮੀਲ ਵਿੱਚ 1.5 ਕਿਲੋਮੀਟਰ ਹੁੰਦਾ। ਮੀਲ ਵੱਡੇ ਹੁੰਦੇ ਨੇ, 7 ਮੀਲਾਂ ਦਾ ਸਫ਼ਰ ਸੀ। ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦੱਸਦਾ, ਮੇਰਾ ਪਿੰਡ ਆ ਪੱਕਾ ਪਿੰਡ, ਮੈਂ ਗਰੀਬ ਜਿਹਾ ਬੰਦਾ, ਆਪਣੀ ਦਿਹਾੜੀ ਕਰਕੇ ਟਾਈਮ ਟਪਾਉਣਾ। ਮੇਰੇ ਘਰ ਵਿੱਚ ਪ੍ਰਮਾਤਮਾ ਨੇ ਇੱਕ ਧੀ ਦਿੱਤੀ ਸੀ, ਜਿਹਨੂੰ ਮੈਂ ਪੁੱਤਾਂ ਵਾਂਗ ਪਾਲ ਕੇ ਜਵਾਨ ਕੀਤਾ। ਸਾਡੇ ਪਿੰਡ ਦਾ ਇੱਕ ਹਾਕਮ ਆ, ਉਹਦਾ ਨਾਮ ਆ ਗਫਾਰੂ ਖਾਨ, ਉਹ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦਾ ਸਕਾ ਸਾਲਾ ਵਾ। ਬਸ ਇਹੀ ਗੱਲ ਦਾ ਰੋਬ ਉਹਨੇ ਸਾਰੀ ਦੁਨੀਆ ਤੇ ਪਾਇਆ, ਕੋਈ ਵੀ ਬੰਦਾ ਉਹਦੇ ਸਾਹਮਣੇ ਮੂੰਹ ਨਹੀਂ ਚੁੱਕਦਾ। ਉਹ ਪੰਡਤ ਰੋਂਦਾ ਰੋਂਦਾ ਦੱਸਣ ਲੱਗਾ, ਕਹਿੰਦਾ ਇੱਕ ਹਾਕਮ ਪੱਕੀ ਗੜੀ ਦਾ, ਉਹ ਬਹੁਤਾ ਹੰਕਾਰੀ, ਉਹ ਰਿਸ਼ਤੇਦਾਰ ਵਜ਼ੀਰ ਦਾ ਬੰਦਾ ਸਰਕਾਰੀ, ਉਹ ਖਾਰ ਰੱਖਦਾ ਦਿਲ ਸੀ ਹਿੰਦੂਆਂ ਨਾਲ ਭਾਰੀ, ਉਹ ਨਹੀਂ ਕਿਸੇ ਘਰ ਛੱਡਦਾ ਧੀ ਭੈਣ ਕੁਵਾਰੀ। ਉਹਨੇ ਪਰਜਾ ਪਾਤੀ ਸੁਕਣੇ ਇਲਾਕੇ ਦੀ ਸਾਰੀ, ਉਹ ਡਾਕੇ ਮਾਰੇ ਹੁਸਨ ਤੇ ਬਣ ਚੜੇ ਸ਼ਿਕਾਰੀ। ਤੱਕ ਹਾਲਤ ਸੋਚੀ ਪੈ ਗਿਆ ਜਰਨੈਲ ਲਖਾਰੀ। ਉਹਨੇ ਪਿੰਡ ਦਾ ਵਲਿਆ ਕੋਟ ਸੀ, ਦਰਵਾਜ਼ੇ ਲੱਗੇ, ਉਹ ਕਰੜਾ ਪਹਿਰਾ ਰੱਖਦਾ ਦਰਵਾਜ਼ੇ ਅੱਗੇ। ਉਹ ਟਹਿਲੇ ਵਿੱਚ ਬਾਜ਼ਾਰ ਦੇ ਪਾ ਨੀਵੇਂ ਝੱਗੇ, ਉਹ ਧੂਮੀ ਚਾਦਰ ਬੰਨਦਾ ਲੜ ਲੰਬੇ ਛੱਡੇ, ਉਹ ਰੰਗ ਤਮਾਸ਼ੇ ਵੇਖਦਾ ਲਾ ਢੋਲੀ ਡੱਗੇ। ਉਹ ਤੱਕੇ ਜਿਸ ਵੱਲ ਘੂਰ ਕੇ ਰੰਗ ਕਰਦਾ ਬੱਗੇ, ਤੇ ਨੱਚਣ ਹਜ਼ਾਰਾਂ ਦੇਵੀਆਂ ਆ ਉਹਦੇ ਅੱਗੇ। ਲਾਗੇ ਉਸੇ ਗੜੀ ਦੇ ਉਹ ਪੰਡਤ ਰਹਿੰਦਾ, ਉਹਦੇ ਘਰ ਵਿੱਚ ਧੀ ਮੁਟਿਆਰ ਸੀ, ਉਹ ਨਾ ਕਿਤੇ ਨਹੀਂ ਲੈਂਦਾ। ਉਹ ਡਰਦਾ ਉਸ ਨਵਾਬ ਤੋਂ ਫਿਰਦਾ ਸੀ ਸ਼ਹਿੰਦਾ। ਧੀ ਹੁੰਦੀ ਹੈ ਜਿਹੜੀ ਆਟੇ ਦੀ, ਹਰ ਦਾਨਾ ਕਹਿੰਦਾ ਪਏ ਅੰਦਰੋਂ ਚੂਹੇ ਤਰੋੜਦੇ ਕਾਂ ਬਾਹਰੋਂ ਪੈਂਦਾ। ਉਹਨੇ ਘਰ ਵਾਲੀ ਨੂੰ ਆਖਿਆ, ਕੋਈ ਬਣਤ ਬਣਾਈਏ, ਕੋਈ ਮੁੰਡਾ ਲੱਭ ਕੇ ਹਾਣ ਦਾ, ਇਸ ਨੂੰ ਪਰਣਾਈਏ, ਹੱਥ ਪੀਲੇ ਕਰੀਏ ਇਸ ਦੇ, ਡਰ ਦਿਲ ਦਾ ਲਾਈਏ, ਕਿਉਂ ਕਾਦਣ ਕੀਤਾ ਇਸ ਨੂੰ ਆਜ਼ਾਦ ਕਰਾਈਏ। ਡਰ ਮਾਰੇ ਪਿਆ ਨਵਾਬ ਦਾ ਲੁੱਟੇ ਨਾ ਜਾਈਏ, ਨਾ ਸੱਦੀਏ ਬਹੁਤੇ ਮੇਲ ਨੂੰ, ਨਾ ਰੌਲਾ ਪਾਈਏ, ਥੋੜੀ ਜੀ ਜੰਜ ਸੱਦ ਕੇ ਧੀ ਅੱਗੇ ਲਾਈਏ, ਹੋ ਕੇ ਆਪਾਂ ਸੁਰਖਰੂ ਰੱਜ ਰੋਟੀ ਖਾਈਏ। ਫਿਰ ਥੋੜੀ ਜੀ ਜੰਜ ਲੈ ਕੇ ਜਦੋਂ ਆ ਗਿਆ ਵਿਚੋਲਾ, ਉਹਨਾਂ ਰੱਖਿਆ ਆਂਡ ਗਵਾਂਡ ਤੋਂ ਬਹੁਤਾ ਹੀ ਓਲਾ। ਉਹਨਾਂ ਫੇਰੇ ਕੀਤੇ ਰਾਤ ਨੂੰ ਜਦੋਂ ਤੋਰਿਆ ਡੋਲਾ, ਉੱਤੇ ਇੱਕਦਮ ਆਣ ਕੇ ਕੜਕਿਆ ਮੁਗਲਾਂ ਦਾ ਟੋਲਾ। ਉਹ ਡੋਲਾ ਤੁਰਦਾ ਵੇਖ ਕੇ ਹੋਇਆ ਕਬਗੋਲਾ, ਉਹ ਗੁੱਸੇ ਦੇ ਵਿੱਚ ਕੜਕਿਆ ਹੋ ਸਾੜ ਬਲ ਕੋਲਾ। ਇਹ ਆਇਆ ਕਿਹੜੇ ਪਿੰਡ ਤੋਂ? ਚੱਲ ਪੰਡਤ ਲੋਲਾ, ਜੋ ਪਰੀ ਹਮਾਰੇ ਦੇਸ਼ ਦੀ, ਲੈ ਚੱਲਿਆ ਗੋਲਾ। ਫਿਰ ਟੋਲੀ ਉਸ ਨਵਾਬ ਦੀ ਪੰਡਤਾਂ ਤੇ ਟੁੱਟੀ, ਉਹਨਾਂ ਕੱਲਾ ਕੱਲਾ ਢਾ ਕੇ ਜੰਜ ਸਾਰੀ ਕੁੱਟੀ।
ਉਹਨਾਂ ਦਿਲ ਦੀਆਂ ਰੀਝਾਂ ਲਾ ਲਈਆਂ ਜੰਜ ਸਾਰੀ ਲੁੱਟੀ ਉਹਨਾਂ ਸਿਹਰੇ ਵਾਲਾ ਲੱਭ ਕੇ ਫੜ ਸੰਗੀ ਕੁੱਟੀ ਉਦੋਂ ਪੰਡਤ ਧਾਹਾਂ ਮਾਰਦੇ ਹਾਏ ਓਏ ਕਿਸਮਤ ਫੁੱਟੀ ਅੱਜ ਬਾਜੀ ਜਾਪੇ ਪੈ ਗਈ ਕਿਸਮਤ ਤੇ ਪੁੱਠੀ ਕੰਨਿਆ ਲੈ ਗਏ ਜ਼ੋਰ ਨਾਲ ਡੋਲੇ ਚੋਂ ਲਾ ਕੇ ਜਦੋਂ ਪੰਡਤ ਸਾਰੇ ਬੈਠ ਗਏ ਸੀ ਖੁੰਬਠ ਪਾ ਕੇ ਉਹ ਧੀ ਉੱਚੀ ਉੱਚੀ ਕੂਕਦੀ ਰੋ ਰੋ ਕੇ ਆਖੇ ਅੱਜ ਮਰ ਗਏ ਦੁਨੀਆ ਵਾਲਿਓ ਤਤੜੀ ਦੇ ਮਾਪੇ ਜੇ ਛਡਵਾਇਆ ਕਿਸੇ ਨਾ ਮੈਨੂੰ ਇੱਥੋਂ ਆ ਕੇ ਤਾਂ ਮੈਂ ਮਰ ਜੂ ਦੁਨੀਆ ਵਾਲਿਓ ਫਿਰ ਮੋਹਰਾ ਖਾ ਕੇ ਉੱਚੀ ਉੱਚੀ ਕੂਕਦੀ ਤੇ ਭੁੱਬਾ ਮਾਰੇ ਅੱਜ ਮਰ ਗਏ ਹਿੰਦੂ ਰਾਜਪੂਤ ਸਾਰੇ ਦੇ ਸਾਰੇ ਅੱਜ ਤੀਰ ਸ਼ਿਵਾ ਪ੍ਰਤਾਪ ਦੇ ਹੋ ਗਏ ਨਕਾਰੇ ਅੱਜ ਅਰਜਨ ਵਰਗੇ ਸੂਰਮੇ ਗਏ ਧਰਤ ਨਗਾਰੇ ਅੱਜ ਬੇੜੀ ਹਿੰਦੂ ਧਰਮ ਦੀ ਫਸ ਗਈ ਮੰਝ ਧਾਰੇ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੀ ਜਵਾਨ ਕੰਨਿਆ ਮੇਰੇ ਘਰੋਂ ਹੀ आई हुई बरात दे सामने मेरे पिंड दा हाकम चुक के लै गया मैं दुखां दा मारिया हाँ मैं लगा हाँ मरन पर मैनू तुहाडा राह किह पाया बाबा दीप सिंह साहब जी दे सामने खलो के पंडित ने अपनी दुखां भरी वार्ता बाबा जी नू किवें बोल के सुनाई है सरवण करो फौजां दा कवीशर जथा इउं बेनती कर कोल आके जथेदार दे पंडित तरले लैन लगा भरे सी अखियां डुसक डुसक के नीर अखां चों वहन लगा कोई ना सुनदा किथे जाके मारा हां दा नारा मैं तेरे हुंदियां सिकरत पारे लुटिया गया सरदारा मैं कोल आके जथेदार दे पंडित तरले लैन लगा भरे सी अखियां डुसक डुसक के नीर अखां चों वहन लगा कोई ना सुनदा किथे जाके मारा हां दा नारा मैं तेरे हुंदियां सिकरत पारे लुटिया गया सरदारा मैं उस खान दे हथों हो गया साडा मुश्किल जिउणा ए ओ पापी हो राम असां दा करता खाना पीना ए कन्या मेरी चुक के लै गया हां कर्मां दा मारा मैं तेरे हुंदियां सिकरत पारे लुटिया गया सरदारा मैं डोली दे विच पा के धी नूं जद सां तोरन लगा मैं एकदम आके खान कड़किया भुल गया पिछा अग्गा मैं फिर तो पैरा दी करे कंबिया सुने उसदा ललकारा मैं तेरे हुंदियां सिकरत पारे लुटिया गया सरदारा मैं वड्डे वड्डे जो राजपूत भी औरंगजेब तो डरदे ने सब नूं आन निवालिया ओने ओदा ही पानी भरदे ने मेरी एक किसे ना मन्नी परखिया भाईचारा मैं तेरे हुंदियां सिकरत पारे लुटिया गया सरदारा मैं तू तां सिंह गुरु गोबिंद दा बई जो दुखियां दा वाली हे तू तां सिंह गुरु गोबिंद दा जो दुखियां दा वाली ए जुल्म मटावन खातर जिसने साडी फौज अकाली ए तेरे दर ते चल आ गया तेरा तक सहारा मैं तेरे हुंदियां सिकरत पारे लुटिया गया सरदारा मैं जेकर मदद करी ना मेरी होर कोई कारा कर जाऊं मैं नाल कंधा दे मार के टकरा तेरे सामने मर जाऊं मैं लैन सिंगा दुख दसा किस नू हां बहुता दड़ियारा मैं तेरे हुंदियां सिकरत पारे लुटिया गया सरदारा मैं आ मैं तस्वीर तुहाडे सामने रखनी चाहुंदा सा जो तुसीं हुण तक सुनी आ जिस खालसे नूं महाराज ने अज दे दिन साजिया ना ਇਹ ਖਾਲਸੇ ਨੂੰ ਐਡਾ ਉੱਚਾ ਕਿਰਦਾਰ ਮਹਾਰਾਜ ਨੇ ਦਿੱਤਾ ਜਦੋਂ ਲੋਕਾਂ ਦੀਆਂ ਇੱਜ਼ਤਾਂ ਧਿਆਨ ਪਈ ਉਦੋਂ ਫਿਰ ਖਾਲਸੇ ਦੇ ਚਰਨ ਪਰਸੇ ਗਏ ਜਦੋਂ ਦੁਨੀਆ ਤੇ ਕਿਸੇ ਨੂੰ ਕੋਈ ਥਾਂ ਨਾ ਦਿਖੀ ਉਦੋਂ ਗੁਰੂ ਕੇ ਖਾਲਸੇ ਨੇ ਬਾਹ ਫੜੀ ਐਡਾ ਉੱਚਾ ਕਿਰਦਾਰ ਹੈ ਖਾਲਸੇ ਦਾ ਜਿਹਦਾ ਅੱਜ ਅਸੀਂ ਪ੍ਰਕਾਸ਼ ਮਨਾ ਰਹੇ ਹਾਂ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਘੁੱਟ ਕੇ ਗੱਲ ਨਾਲ ਲਾ ਲਿਆ ਆਖਿਆ ਪੰਡਤ ਜੀ ਪਹਿਲਾਂ ਚੁੱਪ ਕਰ ਜੋ पंडित कहे बाबा जी मैं तो चुप करदा पर रात डोले च पई कन्या जदों धू के उन्हां खड़ी सी उदों चीका मारदी सी ओ कहंदी सी मैं इन्हां कोल नहीं रहना जहर खा के मर जांगी जे तू मैनूं ना छडाया ते बाबा जी मेरे अजे भी कन्नां च गूंजदियां बाबा जी कहन लगे पंडित जी तेनू साडा राह किने दसिया पंडित कहन लगा बाबा जी रात दे हनेरे विच जदों मेरी कन्या चुकी गई
ਉਦੋਂ ਮੈਨੂੰ ਲੱਗਾ ਵੀ ਹੁਣ ਮਰ ਜਾਣਾ ਚਾਹੀਦਾ, ਪਰ ਸਿਆਣੇ ਲੋਕਾਂ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਜਾ ਕੇ ਗਫਾਰੂ ਖਾਨ ਨੂੰ ਕਹਿੰਦੇ ਆ ਵੀ ਉਹ ਤੇਰੀ ਕੰਨਿਆ ਵਾਪਸ ਦਵੇ। ਪਿੰਡ ਦੇ ਪੰਚਾਇਤ ਬਰਾਤੀ ਸਿਆਣੇ ਬਿਆਣੇ ਇਹ ਸਾਰੇ ਨਾਲ ਗਏ ਪੰਡਤ ਦੇ ਗਫਾਰੂ ਖਾਨ ਦੇ ਘਰ। ਉਹਦੇ ਘਰ ਜਾ ਕੇ ਸਿਆਣੇ ਬੰਦੇ ਆਖਿਆ ਵੀ ਨਵਾਬ ਜੀ, ਜੇ ਪਿੰਡੋਂ ਡੋਲਾ ਤੁਰੇ ਉਹ ਸਾਰੇ ਪਿੰਡ ਦੀ ਧੀ ਹੁੰਦੀ ਹੈ, ਤੇ ਜੇ ਬਾਹਰੋਂ ਡੋਲਾ ਪਿੰਡ 'ਚ ਆਵੇ ਉਹ ਸਾਰੇ ਪਿੰਡ ਦੀ ਨੂੰਹ ਹੁੰਦੀ ਆ। ਗੱਲ ਆ ਇੱਜ਼ਤ ਦੀ, ਗੱਲ ਆ ਅਣਖ ਦੀ। ਤੁਸੀਂ ਆਪਣੇ ਪਿੰਡ ਦੀ ਕੰਨਿਆ ਚੁੱਕ ਕੇ ਆਪਣੇ ਘਰ ਲੈ ਆਏ ਹੋ, ਇਹਨੂੰ ਵਾਪਸ ਕਰ ਦਿਓ। ਤੁਸੀਂ ਪੱਕੀ ਰੱਖਣੀ ਨਹੀਂ, ਮੁੜ ਕੇ ਇਹਦੇ ਨਾਲ ਵਿਆਹ ਕਿਸੇ ਕਰਨਾ ਨਹੀਂ। ਧੀਆਂ ਆਪਣੇ ਘਰ ਹੀ ਸੋਹਣੀਆਂ ਲੱਗਦੀਆਂ, ਇਸ ਕਰਕੇ ਕੰਨਿਆ ਵਾਪਸ ਦਿੱਤੀ ਜਾਵੇ। ਪਰ ਬਾਬਾ ਜੀ ਉਹਨੇ ਡਾਂਗ ਫੇਰ ਕੇ ਸਾਨੂੰ ਘਰੋਂ ਬਾਹਰ ਕੱਢਿਆ। ਸਾਡੀ ਕੰਨਿਆ ਤੇ ਵਾਪਸ ਕੀ ਕਰਨੀ ਸੀ, ਉਹਨੇ ਸਾਨੂੰ ਜਾਨਾਂ ਮਾਰਨ ਤੱਕ ਦੀ ਧਮਕੀ ਦਿੱਤੀ। ਬਾਬਾ ਜੀ ਮੈਂ ਲੱਗਾ ਸਾਂ ਖੂਹ 'ਚ ਛਾਲ ਮਾਰ ਕੇ ਮਰਨ, ਤੇ ਮੈਨੂੰ ਕਿਸੇ ਆਖਿਆ ਰੋ ਨਾ ਪੰਡਤਾ, ਜਾ ਪੈ ਜਾ ਡੰਡੀ, ਇੱਥੋਂ 7 ਮੀਲਾਂ ਤੇ ਦੂਰ ਹੈ ਸਾਬੋ ਤਲਵੰਡੀ, ਉੱਥੇ ਵਸਦੇ ਨੇ ਬਾਬਾ ਦੀਪ ਸਿੰਘ। ਉਹ ਜੋਧੇ ਜੰਗੀ, ਉਹ ਗੁਰਬਾਣੀ ਨੂੰ ਸਿਮਰਦੇ ਤੇ ਪੜਦੇ ਚੰਡੀ, ਉਹ ਤੋੜੂ ਇਸ ਨਵਾਬ ਦੀ ਫੜ ਧੌਣ ਤੋਂ ਘੰਡੀ। ਫਿਰ ਪੰਡਤ ਧਾਹਾਂ ਮਾਰਦਾ ਆ ਡੇਰੇ ਵੜਿਆ, ਉਹਨੂੰ ਪਹਿਰੇਦਾਰ ਪਿਆਰ ਨਾਲ ਆ ਬਾਹੋਂ ਫੜਿਆ। ਸਿੰਘ ਪੁੱਛਣ ਨਾਲ ਪਿਆਰ ਦੇ ਕਿਉਂ ਰੋਣਾ ਅੜਿਆ, ਉਹਨੇ ਆਖਿਆ ਨਾ ਕੁਛ ਖਾਲਸਾ, ਮੈਂ ਪਿਆ ਹਾਂ ਸੜਿਆ, ਮੈਨੂੰ ਹਾਕਮ ਮੇਰੇ ਸ਼ਹਿਰ ਦਾ ਸੱਪ ਬਣ ਕੇ ਲੜਿਆ, ਉਹਨੇ ਡੋਲਾ ਮੇਰੀ ਧੀ ਦਾ ਜਬਰਨ ਚੁੱਕ ਖੜਿਆ। ਬਾਬਾ ਜੀ ਬਾਬਾ ਦੀਪ ਸਿੰਘ ਜੀ ਕਹਿੰਦੇ ਪੰਡਤ ਜੀ ਫਿਰ ਚੁੱਪ ਤੇ ਕਰ। ਕਹਿਣ ਲੱਗਾ ਜੀ ਚੁੱਪ ਰਵਾਂ ਕਿਵੇਂ? ਬਾਬਾ ਜੀ ਕਹਿੰਦੇ ਪੰਡਤ ਜੀ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਨਾ ਕਹੀ, ਜੇ ਅੱਜ ਦਾ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਤੇਰੀ ਕੰਨਿਆ ਤੇਰੇ ਕੋਲ ਨਾ ਹੋਈ ਤੇ ਤੂੰ ਮੈਨੂੰ ਸਿੰਘ ਹੀ ਨਾ ਕਹੀ। ਮੈਂ ਵਾਅਦਾ ਕਰਦਾ ਅੱਜ ਦਾ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਤੇਰੀ ਕੰਨਿਆ ਤੇਰੇ ਕੋਲ ਹੋਵੇਗੀ। ਐਦਾਂ ਕਹਿ ਕੇ ਬਾਬਾ ਜੀ ਨੇ ਮੁੱਠੇ ਤੇ ਰੱਖਿਆ ਤਲਵਾਰ ਦੇ ਤੇ ਹੱਥ, ਸਾਹਮਣੇ ਖਲੋਤੇ ਸਿੰਘਾਂ ਨੂੰ ਆਖਿਆ ਖਾਲਸਾ ਜੀ ਹੁਣੇ ਹੀ ਜੰਗ ਦੀ ਤਿਆਰੀ ਕਰੋ, ਆਪਾਂ ਚੜ ਕੇ ਜਾਵਾਂਗੇ, ਵੇਖਾਂਗੇ ਕਿਹੜਾ ਗਫਾਰੂ ਖਾਨ ਆ ਜਿਹੜਾ ਲੋਕਾਂ ਦੀਆਂ ਧੀਆਂ ਚੁੱਕ ਲਿਆਉਂਦਾ, ਜਿਹੜਾ ਲੋਕਾਂ ਦੇ ਡੋਲੇ ਖੋਹ ਲਿਆਉਂਦਾ। ਆਪਾਂ ਜਾ ਕੇ ਉਹਦਾ ਸੋਧਾ ਲਾਉਣਾ। ਬਾਬਾ ਜੀ ਦੇ ਇੱਕ ਹੁਕਮ ਦੀ ਉਡੀਕ ਸੀ। ਉੱਥੇ ਜਿੰਨੇ ਸਿੰਘ ਸਨ ਸਾਰਿਆਂ ਨੇ ਦਮਾਲੇ ਸਜਾ ਲਏ, ਚੱਕਰ ਪਾ ਲਏ, ਘੋੜਿਆਂ ਦੀਆਂ ਕਾਠੀਆਂ ਦੇ ਤੰਗ ਕੱਸ ਲਏ, ਉਹਨਾਂ ਨੇ ਦੇਗਾਂ ਸਜਾ ਲਈਆਂ। ਗਲ ਵਿੱਚ ਪੱਲਾ ਪਾ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਅਰਦਾਸ ਕੀਤੀ, ਹੇ ਕਲਗੀਧਰ ਪਾਤਸ਼ਾਹ ਤੇਰਾ ਸਾਜਾ ਨਵਾਜਿਆ ਖਾਲਸਾ, ਜਿਹਨੂੰ ਤੂੰ ਮਜਲੂਮਾਂ ਦੀ ਰਾਖੀ ਲਈ ਦੁਸ਼ਟਾਂ ਦੇ ਸੰਘਾਰ ਵਾਸਤੇ ਸਾਜਿਆ ਸੀ। ਮਹਾਰਾਜ ਉਹ ਖਾਲਸੇ ਦੇ ਚਰਨਾਂ ਵਿੱਚ ਇੱਕ ਦੁਖੀ ਪੰਡਤ ਫਰਿਆਦਾਂ ਕਰਦਾ ਹੈ, ਮਹਾਰਾਜ ਇਹਦੀ ਇੱਜ਼ਤ ਰੱਖਣ ਵਾਸਤੇ ਤੇਰਾ ਖਾਲਸਾ ਚੱਲਿਆ ਹੀ, ਆਪਣੇ ਖਾਲਸੇ ਦੀ ਇੱਜ਼ਤ ਹੁਣ ਤੁਸੀਂ ਆਪ ਰੱਖਣੀ ਹੈ। ਐਦਾਂ ਕਹਿ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਏ। 500 ਜਵਾਨਾਂ ਦਾ ਜਥਾ ਦਮਦਮਾ ਸਾਹਿਬ ਦੀ ਧਰਤੀ ਤੋਂ ਪੱਕੇ ਪਿੰਡ ਨੂੰ ਚੜ੍ਹਾਈ ਕਿਵੇਂ ਕੀਤੀ, ਉਹਨਾਂ ਦੀ ਕਮਾਂਡ ਕਰਨ ਦੇ ਨੇ ਆਪ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਅਕਾਲੀ ਜੀ। ਸਰਵਣ ਕਰੀਏ ਉਹਨਾਂ ਫੌਜਾਂ ਦੀ ਚੜ੍ਹਾਈ ਦਾ ਵੇਰਵਾ, ਫੌਜਾਂ ਦਾ ਕਵੀਸ਼ਰ ਜਥਾ ਇਉਂ ਬੇਨਤੀ ਕਰਦੇ। ਲੱਗੀ ਚੋਟ ਨਗਾਰੇ ਤੇ ਦਮ ਦਮੇ, ਸਿੰਘ ਸੂਰਮੇ ਹੋ ਕੇ ਸੀ ਤਿਆਰ ਚੱਲੇ, ਜਿਹੜਾ ਇੱਜ਼ਤ ਗਰੀਬਾਂ ਦੀ ਨਿਤ ਲੁੱਟਦਾ, ਸਿੰਘ ਉਸ ਦਾ ਕਰਨ ਸ਼ਿਕਾਰ ਚੱਲੇ। ਰੱਖਿਆ ਸਦਾ ਮਜਲੂਮਾਂ ਦੀ ਕਰਨ ਵਾਲੇ, ਬਾਹਾਂ ਪਕੜਦੇ ਆਏ ਸਵਾਲੀਆਂ ਦੀ, ਚੜੇ ਸੂਰਮੇ ਧੌਂਸੇ ਤੇ ਮਾਰ ਚੋਟਾ, ਜੱਗੋ ਵੱਖਰੀ ਚੜ੍ਹਦੇ ਅਕਾਲੀਆਂ ਦੀ। ਉਹ ਜਥੇਦਾਰ ਨੇ ਆਖਿਆ ਖਾਲਸਾ ਜੀ ਅਸਾਂ ਕੰਨਿਆ ਇੱਕ ਛਡਾਉਣ ਜਾਣਾ, ਪਾਪੀ ਕਿਸੇ ਦੀ ਇੱਜ਼ਤ ਨੂੰ ਮੰਨਦਾ ਨਹੀਂ, ਅਸਾਂ ਇਸ ਦੀ ਅਲਖ ਮਕਾਉਣ ਜਾਣਾ। ਸਾਡੀ ਤੇਗ ਮਜਲੂਮਾਂ ਦੀ ਕਰੇ ਰਾਖੀ, ਜੜ ਵੱਢਦੀ ਸਦਾ ਮਕਾਲੀਆਂ ਦੀ, ਚੜੇ ਸੂਰਮੇ ਧੌਂਸੇ ਤੇ ਮਾਰ ਚੋਟਾ, ਜੱਗੋ ਵੱਖਰੀ ਚੜ੍ਹਦੇ ਅਕਾਲੀਆਂ ਦੀ। ਓਏ ਅੱਖਾਂ ਲਾਲ ਤੇ ਮੁੱਛਾਂ ਨੂੰ ਵੱਟ ਚਾੜੇ, ਉੱਚੇ ਕੱਦ ਸੀ ਪਰਬਤ ਸੁਮੇਰ ਵਰਗੇ, ਦੁੱਲੇ ਵੀਰਤਾ ਉਹਨਾਂ ਦੇ ਚਿਹਰਿਆਂ ਚੋਂ, ਵੱਡੇ ਹੌਸਲੇ ਸੀ ਬੱਬਰ ਛੇ
बाबा दीप सिंह साहब जी दी कमान थले जथा चढ़ के तुरिया। जदों बाबा जी तो घोड़े चढ़ गए, बाकी सिंह भी चढ़ गए, थले रह गए कले पंडित जी। बाबा जी कहते वो जाना नहीं गा। जदों बाबा जी ने कहा ना भी जाना नहीं है, पंडित का मुंह ऐतवार वर्गा हो गया। कहने लगा बाबा जी आ वेखो पिछलियां लाशां अजे तक नहीं मिटियां, दोबारे कुट खाण जोगी जुरत हुण मेरे च नहीं रह गई। तुसीं जाओ लैके इत्थे ही आ जाओ, मैं इत्थे ही हाँ। बाबा जी कहंदे ओए पंडित जी डरना, तेनों लड़न वास्ते थोड़ी खड़न लगे आ, लड़न मारन नूं तुसीं आप ही बड़े शेर हाँ। तेनों ते बस इस करके खड़ना भई तू सानू राह विखावें भई गफारू खां कौन आ, ओदे पिंड दा राह किहड़ा है, असीं ते तैनूं राह पता पुछण लई नाल खड़ना। लड़न लड़न नूं तुसीं आप ही बड़े शेर हाँ। पंडित कहने लगा बाबा जी हुण ते वाकई तुहाडा आसरा। बाबा जी ने घोड़े ते उन्होंने भी नाल चढ़ा लिया, चाला मारिया, 7 मीलों का पैंडा खालसे ने पलां विच मकाया। जदों आ गए ना गफारू खान की हवेली दे लागे, पंडित नूं त्रेलियां आउणियां शुरू होईयां, मथे ते पसीना, शरीर ते पसीना आउणा शुरू होया, हाथ कंबणे शुरू होए। कहंदा बाबा जी बस बस ला दो ला दो। बाबा जी कहंदे इत्थे कित्थे लाउणा ही, पिंड ते अगे आ। कहंदा जी अगे जाना ही नहीं मैं, ओ वड्डा जिहा घर गफारू खान दा जी, ओदे घर जा पियो, जेड़ा तुहाडे मथे लगे ओ गफारू खान होवेगा। बाबा जी कहंदे ठीक है, ये पंडित नूं ला दो, ओ ना होवे कि बीपी नाल ही मर जे। इहनूं कई बंदे हवक्के ना मर जांदे हुंदे आ। लड़ना ते सूरमिਆਂ ਦਾ ਕੰਮ ਆ ना, ਜਿਹੜੇ ਬੰਦੇ ਨੂੰ खून वेख के ही ब्लड प्रेशर वध जाना, ਉਹ ਬੰਦਾ जंग 'ਚ ਜਾ ਕੇ ਕਿਸੇ ਨੂੰ ਕੀ ਮਾਰ ਲੇਗਾ। इसे करके महाराज ने शिकार दी झटके की प्रथा खालसे नूं दित्ती है भाई मर्दां वाला काम मर्द ही करते हैं। बाबा जी बाबा दीप सिंह साहब जी ने जदों सारे सिंघां वाल नजर भर के वेख्या, सिंह कहंदे बाबा जी हुक्म करो। बाबा दीप सिंह साहब जी ने हुक्म किया, जो असीं पहला करते आए आ ओहो ही हुण करना वा, जेड़ा ते पै गया शरण आण के ओनू बख्श देना। ये खालसे दा असूल आ। लोग ते एवें ही सानू अतवादी कहंदे आ, जिन्हां नूं साडी गलबात दा नहीं ना पता वो साडे बारे कुछ भी कह सकते आ, पर जिन्हां नूं साडा पता वो साडी इज्जत ही करदे। पता क्यों? क्योंकि वो लोग वेंदे ने ना हथियार पाए ने, आ जिहड़े शस्त्र ने ना ये असीं दुनिया नूं डराउण वास्ते थोड़ी पाए आ, ये ते असीं सतगुरां दी खुशी लई पाए आ। क्योंकि मेरे सतगुरु जी कहंदे ने, जब हमरे दर्शन को आवो बन सुचेत तन शस्त्र सजाओ, कमर कसा कर देहो दिखाई हमारी खुशी होवे दिखाई। असीं ये शस्त्र सतगुरां दी खुशी लई पाउंदे, किसी नूं डराउण धमकाउण लई नहीं पाउंदे। पर जदों काम हदों परे चले जाए फिर ते ओह भी गल पै जांदा जिहदे पल्ले कख नहीं हुंदा। असीं ते फिर महाराज दे सूरमे आ। जदों महाराज ने तलवारां सानूं दित्तियां ना, किरपानां दित्तियां ने, ते चलाउणियां कित्थे आ इह भी दस्सिआ। बच्चे ते औरत ते बुजुर्ग ते भज्जे जांदे ते शरण पए ते निहत्थे ते वार नहीं करना। जिन्नों भी मारना उन्होंने सावधान करके मारना भी कायम हो जा वार आ गया ही। इदां लड़ना ये शस्त्र जंग दे विच चलाउण लई ने, एवें जिन्नों मर्जी मार देना ये काम खालसे दा नहींगा। ये ते उन्हां लोकां दा जिन्हां नूं समझ नहीं है। खालसे दा काम ते धर्म योद्धा, जब आवक योद्ध निधान बने अत ही रण में तब जूझ मरो। ये सतगुरु कहंदे ने क्षत्रिय के पूत हो ब्राह्मण को न है कहता पावत है जो करो, और जंगार जितो ग्रह को तोहे त्याग कहाँ चित ताम मैं तरो। अब रीज के देह वह हमको जो हम विनती कर जोर करो, जब आवकी योद्ध निधान बने अत ही रण में तब जूझ मरो। ये दात महाराज मंगदे आ ते खालसे नूं भी ओह कुछ ही महाराज ने दिता। बाबा जी कहन लगे जेड़ा ते पै गया पैरी ओनू दिओ छड्ड, जेड़ा अड़ेगा उन्हें आपे ही चढ़ जाना। ऐदा कह के बाबा जी ने हुक्म किया भी हल्ला बोलो। बाबा जी का हुक्म मान के सिंह टुट के पै गए। वो किले दे पहरेदार कुछ भज गए, कुछ मारे गए, कुछ माफी मंग के छुट्टे। बाबा जी ने उहदे घर दा बाहरला पासा जित लिया, उहदे घर जा पए। जदों अंदर जाके बाबा जी ने कहा, ओए दुष्टा, लोकां दीयां इज्जतां लोकां दे डोले लुट्टण वालिया बाहर आ, कलगी वाले पातशाह दा खालसा आया है, अज तेरे नाल लेखा जोखा करके जावेगा। वो गफारू खां सोचण लगा भी ये है कौन जेड़ा मैनू आण के दुष्ट कहण दिया, क्योंकि लोग ते ओहदा नाम नहीं सन लैंदे, इन्ना खौफ सी ओहदा इलाके विच। ओनू दुष्ट कहना ते सप दी पूंछ ते पैर धरना एक बराबर सी। जदों खालसे ने बाबा दीप सिंह साहब ने कहा ना भी बाहर आ, वो चढ़िया सी कोठे ते।
ਉਹਨੇ ਖਿੜਕੀ ਖੋਲ ਕੇ ਵੇਖਿਆ ਵੀ ਇਹ ਹੈ ਕੌਣ ਨੇ ਜਿਹੜੇ ਮੈਨੂੰ ਵੰਗਾਰਦੇ ਨੇ। ਜਦੋਂ ਉਹਨੇ ਨਜ਼ਰ ਭਰ ਕੇ ਤੱਕਿਆ, ਨੀਲੇ ਬਾਣੇ ਵਾਲੀਆਂ 4 ਬਰ 4 ਫੌਜਾਂ, ਜਿਨ੍ਹਾਂ ਦੇ ਦਮਾਲਿਆਂ ਤੇ ਚੱਕਰ, ਜਿਨ੍ਹਾਂ ਦੇ ਚਮਕਦੇ ਮੱਥੇ, ਭਾਖਦੀਆਂ ਗੱਲਾਂ, ਜਿਨ੍ਹਾਂ ਦੇ ਕੁੰਡੇ ਮਸ਼ਹਿਰੇ, ਵੱਡੇ ਵੱਡੇ ਦਾੜੇ, ਜਿਨ੍ਹਾਂ ਦੇ ਮੋਢਿਆਂ ਦੇ ਪੱਥੇ ਤੀਰਾਂ ਦੇ ਭਰੇ ਹੋਏ, ਜਿਨ੍ਹਾਂ ਦੇ ਲੱਕ ਦੇ ਢਾਲੇ, ਜਿਨ੍ਹਾਂ ਦੇ ਗਾਤਰੇ ਕਿਰਪਾਨਾਂ ਸਨ, ਜਿਨ੍ਹਾਂ ਦੇ ਹੱਥ ਵਿੱਚ 7-7 ਫੁੱਟ ਲੰਮੇ ਬਰਸ਼ੇ ਸਨ, ਉਹ ਘੋੜਿਆਂ ਤੇ ਸਜੇ ਬੈਠੇ ਸਨ। ਉਹਨਾਂ ਦੀ ਕਮਾਂਡ ਬਾਬਾ ਦੀਪ ਸਿੰਘ ਸਾਹਿਬ ਆਪ ਕਰ ਰਹੇ ਸਨ। ਗਵਾਰੂ ਖਾਨ ਨੇ ਨਜ਼ਰ ਭਰ ਕੇ ਤੱਕ ਲਿਆ, ਉਹਨੂੰ ਸਮਝ ਆ ਗਈ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਹੈ। ਉਹਨੇ ਸੋਚਿਆ ਵੀ ਜਿੱਦਾਂ ਲੋਕ ਮੇਰੇ ਤੋਂ ਡਰਦੇ ਨੇ, ਇਹ ਵੀ ਕੱਚੇ ਕੋਲੇ ਹੋਣੇ ਆ, ਮੈਂ ਦਬਕਾ ਮਾਰਨਾ, ਇਹਨਾਂ ਚੁੱਪ ਕਰਕੇ ਚੱਲ ਜਾਣਾ। ਉਹ ਕਹਿੰਦਾ ਖਾਲਸਿਓ, ਤੁਹਾਨੂੰ ਪਤਾ ਨਹੀਂ ਤੁਸੀਂ ਆ ਕਿੱਥੇ ਗਏ ਜੇ, ਮੈਂ ਵਜ਼ੀਰ ਖਾਨ ਦਾ ਸਕਾ ਸਾਲਾ। ਉਹ ਵਜ਼ੀਰ ਖਾਨ ਜਿਹਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰੋਂ ਬਾਹਰ ਕੱਢ ਲਿਆ, ਜਿਹਨੇ ਸਰਸਾ ਦੇ ਸਿੰਘ ਮਾਰ ਦਿੱਤੇ, ਜਿਹਨੇ ਚਮਕੌਰ ਦੀ ਜੰਗ ਵਿੱਚ ਗੁਰੂ ਦੇ ਵੱਡੇ ਪੁੱਤਰ ਸਰਹੰਦ ਵਿੱਚ ਛੋਟੇ ਮਾਰ ਦਿੱਤੇ, ਮੈਂ ਉਹਦਾ ਸਾਲਾ। ਜੇ ਮੇਰੀ ਇੱਕ ਵੀ ਚਿੱਠੀ ਉਹਦੇ ਤੱਕ ਗਈ, ਇੱਥੇ ਇੰਨੀਆਂ ਫੌਜਾਂ ਆ ਜਾਣੀਆਂ, ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ। ਜਾਨ ਦੀ ਸਲਾਮਤੀ ਚਾਹੁੰਦੇ ਚਲੇ ਜਾਓ। ਗੁੱਸੇ ਵਿੱਚ ਗਫਾਰੂ ਖਾਨ ਨੇ ਖਾਲਸੇ ਨੂੰ ਇੱਕ ਦਬਕਾ ਮਾਰਨ ਪਿਆ। ਉਹਨੇ ਕੀ ਕਿਹਾ? ਫੌਜਾਂ ਦਾ ਕਵੀਸ਼ਰ ਜਥਾ ਇਹੋ ਬੇਨਤੀ ਕਰ, ਸੁਣ ਲਲਕਾਰ ਲੱਗੀ ਅੱਗ ਖਾਨ ਨੂੰ, ਸਿੰਘਾਂ ਦੇ ਖਿਲਾਫ ਖੋਲਦਾ ਜ਼ਬਾਨ ਨੂੰ। ਉਹ ਜਾਣ ਬੁੱਝ ਮੈਥੋਂ ਬੇਇੱਜ਼ਤੀ ਕਰਾਓਗੇ, ਮੋੜ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ। ਸੁਣ ਲਲਕਾਰ ਲੱਗੀ ਅੱਗ ਖਾਨ ਨੂੰ, ਸਿੰਘਾਂ ਦੇ ਖਿਲਾਫ ਖੋਲਦਾ ਜ਼ਬਾਨ ਨੂੰ। ਉਹ ਜਾਣ ਬੁੱਝ ਮੈਥੋਂ ਬੇਇੱਜ਼ਤੀ ਕਰਾਓਗੇ, ਮੋੜ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ। ਇਹ ਜੀ ਰਣ ਵਿੱਚ ਚੱਲੇ ਕਿਹੜਾ ਝਾਲ ਖਾਨਾਂ ਦੀ, ਝੋਟਿਆਂ ਕੀ ਚੱਲਣੀ ਟੱਕਰ ਸਾਨਾਂ ਦੀ। ਉਹ ਜਪਦਾ ਮੱਥਾ ਮੇਰੇ ਤੋਂ ਭਨਾਵੋਗੇ, ਮੋੜ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ। ਮੁਗਲਾਂ ਦਾ ਰੋਬ ਸਦਾ ਰਹਿਣਾ ਹਿੰਦ ਤੇ, ਅੱਗੇ ਵੇਖੋ ਬੀਤੀ ਕੀ ਗੁਰੂ ਗੋਬਿੰਦ ਤੇ। ਉਹ ਬਾਲ ਬੱਚਾ ਐਵੇਂ ਆਪ ਦਾ ਮਰਾਓਗੇ, ਮੋੜ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ। ਉਹ ਕਹਿੰਦਾ ਜਾਣਦਾ ਮੈਂ ਤੁਹਾਨੂੰ ਵੱਡਿਆਂ ਦਲੇਰਾਂ ਨੂੰ, ਗਿੱਦੜੋ ਵੰਗਾਰੋ ਨਾ ਬੱਬਰ ਸ਼ੇਰਾਂ ਨੂੰ। ਉਹ ਸ਼ੇਰ ਮੋਹ ਕਿਵੇਂ ਬੱਕਰੀ ਛਡਾਓਗੇ, ਮੋੜ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ। ਇਹਦੀ ਜਿਹੜੇ ਚਾਹੁੰਦੇ ਕੂੰਜ ਬਾਜ ਤੋਂ ਛਡਾਉਣੀ ਐ, ਮੱਲੋ ਮੱਲੀ ਘਰੇ ਮੈਂ ਤਾਂ ਉਹ ਵਸਾਉਣੀ ਐ। ਉਹ ਪੁੱਤਰੇ ਉਹ ਟਿੱਡੋ ਕੀ ਪਹਾੜ ਟਾਓਗੇ, ਮੋੜ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ। ਇਹਦੀ ਗਰੁੜਾਂ ਦੇ ਮੂਰੇ ਪੇਸ਼ ਜਾਏ ਨਾ ਨਾਗਾਂ ਦੀ, ਚੜੀਆਂ ਕੀ ਚੱਲਣੀ ਚਪਟ ਬਾਜਾਂ ਦੀ। ਉਹ ਬਾਲੋ ਵਾਲੀ ਗਏ ਜਾਪਦੀ ਵਧਾਓਗੇ, ਮੋੜ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ। ਇਹਦੀ ਦੋਵੇਂ ਤਰ੍ਹਾਂ ਹੋ ਗਈਆਂ ਤਿਆਰ ਜੰਗ ਨੂੰ, ਦੋਵੇਂ ਤਰ੍ਹਾਂ ਹੋ ਗਈਆਂ ਤਿਆਰ ਜੰਗ ਨੂੰ, ਲਿਖੀ ਜਰਨੈਲ ਸਿੰਘ ਅੱਗੇ ਛੰਦ ਨੂੰ। ਉਹ ਭਗਵਤ ਮੇਜਰਾ ਸਭਾ ਜਗਾਓਗੇ, ਮੋੜ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ। ਜਦੋਂ ਗਫਾਰੂ ਖਾਂ ਕਹਿਣ ਲੱਗਾ ਨਾ ਵੀ ਜਾਓ ਚੱਲ ਜਾਓ ਮਾਰ ਦਾਂਗਾ, ਅੱਗੇ ਖਾਲਸਾ ਸੀ। ਇਹ ਖਾਲਸੇ ਦਾ ਗੁਣ ਆ, ਇਹ ਉਹ ਗੁਣ ਆ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਰੰਕਾਰ ਦਾ ਗੁਣ ਦੱਸਦੇ ਆ। ਹੁਣ ਵਿਹਾਰ ਵਾਲੀ ਗੱਲ ਇਹ ਆ ਵੀ ਮੇਰੇ ਰਹਿ ਗਏ ਜੇ 5 ਮਿੰਟ, ਮੈਨੂੰ ਇਹ ਨਹੀਂ ਸਮਝ ਆਉਣ ਡਈ ਵੀ ਰਾਗੀ ਸਿੰਘ ਜਿਹੜੇ ਆ ਗਿਆਨੀ ਕਾਰਜ ਸਿੰਘ ਜੀ, ਉਹ ਮੇਰੇ ਉਸਤਾਦ ਕਵੀਸ਼ਰੀ ਦੇ ਉਸਤਾਦ ਸਾਡੇ ਦਾਦਾ ਜੀ ਪੰਡਤ ਬੀਰਬਲ ਜੀ ਸਨ, ਦਾਦਾ ਉਸਤਾਦ। ਤੇ ਜਿਹੜੇ ਸਾਡੇ ਉਸਤਾਦ ਨੇ ਉਹਨਾਂ ਦੇ ਗੁਰ ਭਾਈ ਨੇ ਰਾਗੀ ਜੀ ਗਿਆਨੀ ਕਾਰਜ ਸਿੰਘ ਜੀ, ਤੇ ਉਹ ਅਜੇ ਆਏ ਨਹੀਂਗੇ। ਹੁਣ ਮੈਨੂੰ ਪਤਾ ਨਹੀਂ ਵੀ ਮੈਂ ਸਮਾਪਤੀ ਕਰਨੀ ਕਿ ਨਹੀਂ, ਲਿਹਾਜ਼ੇ ਮੁਤਾਬਕ ਮੇਰਾ ਟਾਈਮ 4 ਮਿੰਟ ਰਹਿ ਗਿਆ। ਹੁਣ ਜਦੋਂ ਤੁਸੀਂ ਮੈਨੂੰ ਕਹੋਗੇ ਮੈਂ ਉਦੋਂ ਫਤਿਹ ਬੁਲਾ ਦਿਆਂਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਵੀ ਸਾਜੇ ਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀ ਸਾਜੇ ਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਬਾਬੀ ਸਾਜੇ ਆ। ਜਿਹੜਾ ਰਾਗੀ ਸ਼ਬਦ ਹੈ ਗੁਰਮਤਿ ਦਾ ਨਹੀਂ ਜੇ, ਯਾਦ ਰੱਖਿਓ। ਰਾਗੀ ਉਹ ਨੇ ਜਿਹੜੇ ਰਾਗਾਂ ਦੇ ਧਨੀ ਨੇ, ਸ਼ਾਸਤਰੀय ਸੰਗੀਤ ਦੇ ਰਾਗੀ ਲੋਕ, ਜਿਹੜੇ ਤਾਨ ਅਲਾਪ ਮੁਰਕੀਆਂ ਲਾਉਂਦੇ ਉਹ ਰਾਗੀ। ਗੁਰੂ ਘਰ ਵਿੱਚ ਕੀਰਤਨੀਏ ਆ, ਕੀਰਤ ਕਰਦੇ ਆ, ਤਨ ਦੇ ਨਾਲ ਵੀ ਉਹਦੀ ਕੀਰਤੀ ਕਰਨੀ ਹੈ ਵੀ ਕੀਰਤਨ ਆ, ਉਹਦੇ ਯਸ਼ ਨੂੰ ਗਾਉਣਾ ਵੀ ਕੀਰਤਨ ਆ। ਸਿੱਖ ਕੀਰਤਨੀਏ ਹੁੰਦੇ ਆ। ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਰਬਾਬੀ ਸਾਜੇ ਆ, ਰਬਾਬ ਵੱਜਦੀ ਹੈ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀ ਸਾਜੇ, ਉਹਨਾਂ ਦੀ ਤਾਰ ਟੁੱਟ ਸਕਦੀ ਆ। ਸਾਡੇ ਕੋਲ ਤੇ ਸਾਜ ਹੀ ਸਭ ਕੁਝ ਆਪ ਹੈ, ਨਾ ਸਾਡਾ ਰਾਗ ਮੁੱਕੇ ਨਾ ਸਾਡੀ ਤਾਰ ਟੁੱਟੇ। ਸਾਡੀ ਬ੍ਰੇਕ ਐਨ ਇੱਕਦਮ ਕਾਇਮ ਆ। ਉਹ ਤਾਂ ਫੌਜਾਂ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਨੇ ਥੋੜੀਆਂ ਬਹੁਤੀਆਂ,
कोई रोकदा भी 5-7 मिनट गांह पिछा हो जाते होंगे आ, पर असी अपन ब्रेकां एन कायम रखिया ने, क्योंकि जेड़ा बंदा समय की कदर नहीं करता मुड़ के समा भी उन्होंने कुछ नहीं जानता। ते जे मैं अपने टाइम 'च अपनी गल नहीं पूरी कर सकता, किसी दूजे जथे दे 10-15 मिनट मार के केड़ा महाभारत सुना दांगा। इस करके मैं अपने टाइम ते ही रहना चंगा समझदा, पर हुण जथा ही नहीं आया, इस करके मैं तुहानूं बेनती कीती आ, जदों मैनूं कहोगे मैं फतेह बुलावांगा। बाबा जी बाबा दीप सिंह साहब जी सुनते रहे ते गफारू खां बोलता रहा, वो कहन लगा जाओ चल जाओ नहीं तो मार दांगा। बाबा जी बाबा दीप सिंह साहब जी कहन लगे गफारू खान, जिस वजीर खान दे नां ते तू सानू धमकियां देना, जिदनों साडी दाढ़ थले आ गया उन्होंने एडी रीझ ना चिथांगे कोई मुड़ के याद करेगा, पर अजे गल साडी तेरे नाल है, तू मैदान विच आ, असीं आए तेनू डीकन डे आ। बाबा जी बाबा दीप सिंह साहब ने गफारू खान नूं मैदान विच आउण वास्ते ललकार के की किया, फौजां दा कवीशर जथा इउं बेनती हल्ला करता सिखर दोपहरे जाके मर्द दलेरा ने, चारे पासे उसदे मल्ले जानो बब्बर शेरा ने, चारे पासे उसदे मल्ले। तू मर्द सदाउना खाना कर साडे ते वार जरा, तैनू सिंह मिलण लई आए निकल गली चों बाहर जरा, तैनू सिंह मिलण लई आए। गऊ गरीब दी राखी करनी साडी जिम्मेवारी है, सुनिया इस इलाके अंदर तेरी दहशत पारी है, सुनिया इस इलाके अंदर तैनू मुड़का आउंदा सुन साडी ललकार जरा, तैनू सिंह मिलण लई आए निकल गली चों बाहर जरा, तैनू सिंह मिलण लई आए। तू अल्लाह दा खोप ला के लुटदा नित गरीबां नूं, कई विचारे किस्मत मारे आलोंदे फिरन नसीबां नूं, कई विचारे किस्मत मारे। आपा आपस विच दी पर कलिए तलवार जरा, तैनू सिंह मिलण लई आए निकल गली चों बाहर जरा, तैनू सिंह मिलण लई आए। रोवे ते रंगे गए तरंगे नेत्र वांग मसाला दे, सूरज वांगू दगदे चेहरे वेख गुरु दी लाला दे, सूरज वांगू दगदे चेहरे। परे पे तीरां नाल पत्थे हौला करिए भार जरा, तैनू सिंह मिलण लई आए निकल गली चों बाहर जरा, तैनू सिंह मिलण लई आए। ओ जोर तेग दे ते चुक लिया में नित बनता दियां जइयां नो, रब दा खोप ला के दुष्टा करदा ए मन आइयां नो, रब दा खोप ला के दुष्टा तेरे तरले करदा सुनदा नहीं पुकार जरा, तैनू सिंह मिलण लई आए निकल गली चों बाहर जरा, तैनू सिंह मिलण लई आए। बाबा जी बाबा दीप सिंह साहब जी कहते भी तू जरा बाहर ते आ, हो गया डर, डर के अंदर वड़ के बह गया। जेड़े बंदे इदां दे हुंदे आ ना उन्हां दी घर 'च इज्जत ते ना ही घरों बाहर हुंदी आ, उन्हां लोकां नूं हर थावें लाहणतां पैंदियां। ਉਹ ਜਦੋਂ ਲੋਕਾਂ ਦੀਆਂ ਜਨਾਨੀਆਂ ਚੁੱਕ ਲਿਆਉਂਦਾ ਸੀ ਤੇ ਘਰ ਵਾਲੀਆਂ ਨੇ ਕਿਹੜਾ ਇੱਜ਼ਤ ਕਰਨੀ ਸੀ, ਉਹਨਾਂ ਬੰਦੇ ਨੂੰ ਬੰਦਾ ਵੇਖ ਕੇ ਸਾੜ ਨਹੀਂ ਖਾਂਦਾ ਜਿੰਨਾ ਮਾਈਆਂ ਨੂੰ ਮਾਈਆਂ ਵੇਖ ਕੇ ਖਾਂਦੀਆਂ। ਉਹ ਬੀਬੀ ਉਹ ਜਦੋਂ ਘਰ ਵਾਲੀਆਂ ਵੇਖਿਆ ਨਾ ਵੀ ਅੱਜ ਪਹਿਲੀ ਵਾਰ ਗਫਾਰੂ ਖਾਂ ਕਿਸੇ ਤੋਂ ਡਰਿਆ, ਉਹ ਕਦੀ ਕਿਸੇ ਤੋਂ ਡਰਿਆ ਹੀ ਨਹੀਂ ਸੀਗਾ, ਕਦੀ ਉਹਨੂੰ ਆਪਣੇ ਤੋਂ ਤਗੜਾ ਨਹੀਂ ਸੀ ਨਾ ਟੱਕਰਿਆ। ਅੱਜ ਉਹਨਾਂ ਬੇਗਮਾਂ ਨੇ ਵੇਖਿਆ ਵੀ ਸ਼ੇਰ ਨੂੰ ਸਵਾ ਸਿਰ ਟੱਕਰ ਗਿਆ। ਉਹ ਗਫਾਰੂ ਖਾਨ ਨੂੰ ਕਹਿੰਦੀਆਂ ਨਵਾਬ ਜੀ ਜਿਹੜੇ ਲੋਕ ਆਪਣੇ ਘਰੋਂ ਚੱਲ ਕੇ ਆ ਸਕਦੇ ਆ ਤੇਰੇ ਘਰ ਆਣ ਕੇ ਤੇਰੇ ਗਲ ਪੈਣ ਨੂੰ ਫਿਰਦੇ ਆ, ਜੇ ਤੂੰ ਬਾਹਰ ਨਾ ਗਿਆ ਤੇ ਮਾਰ ਉਹਨਾਂ ਤੈਨੂੰ ਅੰਦਰ ਆਣ ਕੇ ਵੀ ਦੇਣਾ ਹੀ। ਇਸ ਕਰਕੇ ਜੇ ਤੇਰੇ 'ਚ ਥੋੜੀ ਬਹੁਤੀ ਸੂਰਮਤਾਈ ਹੈ ਉਹਨਾਂ ਨਾਲ ਜਾ ਕੇ ਮੈਦਾਨ ਵਿੱਚ ਲੜ। ਜੰਗ ਦੇ ਮੈਦਾਨ ਵਿੱਚ ਮਰੇ ਹੋਏ ਬੰਦੇ ਨੂੰ ਸ਼ਹੀਦ ਕਹਿੰਦੇ ਆ। ਜਦੋਂ ਬੀਬੀਆਂ ਦਿੱਤੇ ਨਾ ਮਿਹਣੇ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਤੁਸੀਂ ਮਿਹਣਿਆਂ ਦਾ ਕੰਪੀਟੀਸ਼ਨ ਕਰਾਓ, ਜਿੱਤਣਗੀਆਂ ਬੀਬੀਆਂ ਹੀ, क्योंकि बीबियां नूं मेहणे मारदे मैं कन्नी सुनिया। एक निकी जी गल तो मेहणे शुरू होए, एक कहंदी नहीं तेरे ते आऊं कीता, कहंदी तेरे किन्ने क चंगे सी, उन्हां ते आऊं कीता सी। लड़ाई दो माइयां दी, उन्हां अगले पिछले सारे ही रगड़ते। उथों मैनूं हिसाब लग गया भी माइयां मेहणे मारन च तगड़ियां हुंदियां। जदों बीबियां नूं मेहणे मारे ओदी फिर सूरमताई जागी, उन्हें अपने शरीर नूं संजोआं विच मड़िया।
ਲੋਹੇ ਨਾਲ ਢੱਕ ਕੇ ਆਪਣਾ ਸਰੀਰ ਆਪਣੀ ਫੌਜ ਨੂੰ ਕਿਹਾ ਓਏ ਮੁੱਠੀ ਕੇ ਭਰ ਸਿੰਘ ਇਹਨਾਂ ਚੋਂ ਕੋਈ ਜਿੰਦਾ ਨਾ ਜਾਵੇ ਹੁਣ ਸਾਰਿਆਂ ਨੂੰ ਘੇਰ ਲੋ ਗਫਾਰੂ ਖਾਨ ਦੀਆਂ ਫੌਜਾਂ ਟੁੱਟ ਕੇ ਪੈ ਗਈਆਂ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਜਵਾਨਾਂ ਤੇ ਸਿੰਘ ਤੇ ਗਏ ਹੀ ਜੰਗ ਕਰਨ ਸੀ ਫਿਰ ਦੋਵਾਂ ਪਾਸਿਆਂ ਦਾ ਭੇੜ ਹੋਇਆ ਘਮਸਾਣ ਦਾ ਜੰਗ ਚੱਲਿਆ ਬਾਬਾ ਜੀ ਦੇ ਸਾਹਮਣੇ ਗਫਾਰੂ ਖਾਨ ਤੁਰਿਆ ਆਵੇ ਲੱਗੇ ਸਿੰਘ ਉਹਨੂੰ ਘੇਰਨ ਬਾਬਾ ਜੀ ਕਹਿੰਦੇ ਓਏ ਨਹੀਂ ਇਹਨੂੰ ਸਾਡੇ ਵੱਲ ਆਉਣ ਦਿਓ ਆ ਗਿਆ ਬਾਬਾ ਜੀ ਦੇ ਸਾਹਮਣੇ ਲੱਗਾ ਵਾਰ ਕਰਨ ਉਹਦੇ ਕੋਲ ਵੀ ਕਿਰਪਾਨ ਤੇ ਕਿਰਪਾਨ ਬਾਬਾ ਦੀਪ ਸਿੰਘ ਕੋਲੇ ਵੀ ਇਹ ਜੰਗ ਬਾਬਾ ਜੀ ਨੇ ਕਿਰਪਾਨ ਨਾਲ ਲੜਿਆ ਉਹ ਕਿਰਪਾਨ ਅੱਜ ਵੀ ਦਮਦਮਾ ਸਾਹਿਬ ਸੁਭਾਜਮਾਨ ਹੈ ਬਾਬਾ ਜੀ ਕਹਿਣ ਲੱਗੇ ਰੱਜ ਕੇ ਵਾਰ ਕਰ ਉਹਨੇ ਵਾਰ ਕੀਤਾ ਫਿਰ ਜਦੋਂ ਬਾਬਾ ਜੀ ਦੀ ਵਾਰੀ ਆਈ ਉਹਨਾਂ ਦਾ ਸਰੀਰ ਤੱਕਿਆ ਉਹਦਾ ਸਾਰਾ ਹੀ ਸਰੀਰ ਲੋਹੇ 'ਚ ਮੜਿਆ ਸੀ ਪਰ ਫੇਰ ਵੀ ਬਾਬਾ ਜੀ ਨੇ ਆਪਣੀ ਆਈ ਤੇ ਆਣ ਕੇ ਤਲਵਾਰ ਮਾਰੀ ਆ ਖੱਬੇ ਮੋਢੇ ਥਾਣੀ ਕਿਰਪਾਨ ਧੜ 'ਚ ਵੜੀ ਤੇ ਛਾਤੀ ਪਾੜਦੀ ਹੋਈ ਵੱਖੀ ਥਾਣੀ ਬਾਹਰ ਨਿਕਲੀ ਬਾਬਾ ਜੀ ਦੀ ਕਿਰਪਾਨ ਉਹਦੇ ਧੜ ਦੇ ਵਿੱਚੋਂ ਦੀ ਏਦਾਂ ਲੰਘੀ ਜਿੱਦਾਂ ਸਾਬਣ ਦੀ ਗਾਚੀ ਥਾਣੀ ਤਾਰ ਲੰਘਦੀ ਹੁੰਦੀ ਆ ਉਹ ਕਿਤੇ ਮਾਸਾ ਜਿੰਨੇ ਵੀ ਕਿਰਪਾਨ ਅੜੀ ਨਹੀਂ ਪਤਾ ਹੀ ਨਹੀਂ ਕਿੱਡੇ ਕ ਬਲ ਦੇ ਨਾਲ ਬਾਬਾ ਜੀ ਨੇ ਉਹ ਕਿਰਪਾਨ ਮਾਰੀ ਹੋਵੇਗੀ ਫਿਰ ਜੰਗ ਜਿੱਤਿਆ ਕਿਵੇਂ ਤੇ ਨਤੀਜਾ ਕੀ ਨਿਕਲਿਆ ਮੈਂ ਇਹ ਕਵਿਤਾ ਕਹਿ ਕੇ ਫਿਰ ਸਮਾਪਤੀ ਕਰਦਾ ਫੌਜਾਂ ਦਾ ਕਵੀਸ਼ਰ ਜਥਾ ਇਹੋ ਬੇਨਤੀ ਕਰਦਾ ਅੱਗ ਲੱਗੀ ਸੱਤੀ ਕੱਪੜੀ ਨਵਾਬ ਦੇ ਜਦੋਂ ਸਿੰਘਾਂ ਦੀ ਸੁਣੀ ਲਲਕਾਰ ਮੌਤ ਜਾਵਦੀ ਤਸਾਂ ਦੀ ਆ ਗਈ ਗਿੱਦੜੇ ਬੂਏ ਛੇੜ ਦੇ ਤੇ ਰਹੇ ਜੇ ਵੰਗਾਰੇ ਚੋਟਾ ਮਾਰ ਕੇ ਨਗਾਰੇ ਉੱਤੇ ਸੂਰਮੇ ਚੜੇ ਪੈਣ ਕੇ ਪੰਜੇ ਹਥਿਆਰ ਤੇਗ ਗੁੱਸੇ ਵਿੱਚ ਖੇਚਲੀ ਮਿਆਨ ਚੋਂ ਚੱਟ ਆ ਗਿਆ ਗੜੀ ਚੋਂ ਬਾਹਰ ਅੱਗੇ ਖਾਲਸੇ ਨੂੰ ਚੜ ਗਈਆਂ ਲਾਲੀਆਂ ਜਿਵੇਂ ਸ਼ੇਰ ਤਾਈ ਦਿਸ ਪੈ ਸ਼ਿਕਾਰ ਓਏ ਤੂੰ ਚੁੱਕਦਿਆਂ ਗਰੀਬਾਂ ਦੀਆਂ ਕੰਨਿਆਂ ਰੋਬ ਖਾਲਸੇ ਦਾ ਦਿਲ ਚੋਂ ਵਸਾਰੇ ਫੌਜ ਜੋਸ਼ ਵਿੱਚ ਲੜੀ ਦੋਹਾਂ ਧਿਰਾਂ ਦੀ ਜਨ ਲੋਥਾਰ ਲੱਥ ਗਏ ਸਤਾਰ ਖੇਡ ਖੇਡੀਆਂ ਸੀ ਦੇਖ ਦੇ ਖਿਡਾਰੀਆਂ ਫੜੇ ਲੋਥਾਂ ਵਾਲੇ ਦਿੱਤੇ ਸੀ ਉਸਾਰੇ ਜਥੇਦਾਰ ਤੇ ਨਵਾਬ ਆਪ ਵਿੱਚ ਬਈ ਗਲ ਪੈ ਗਏ ਇੱਕ ਦੂਜੇ ਨੂੰ ਵੰਗਾਰੇ ਤੇਗਾਂ ਵੱਧ ਸੂਰਮੇ ਸੀ ਮਾਰਦੇ ਦੋਵਾਂ ਸਿਰਾਂ ਤੇ ਖੜੀ ਜਿੱਤ ਹਾਰੇ ਮਾਰ ਮਾਰ ਥੱਕਿਆ ਨਵਾਬ ਜਾਨ ਜਥੇਦਾਰ ਨੇ ਮਾਰੀ ਤਲਵਾਰ ਦੋ ਧਾੜ ਗਾਲ ਸੁੱਟਦਾ ਪਠਾਨ ਨੂੰ ਜਿਵੇਂ ਸਾਬਣ ਨੂੰ ਚੀਰ ਸੁੱਟੇ ਤਾਰ ਮੇਰਾ ਵੇਖਿਆ ਜਦ ਫੌਜ ਨੇ ਨਵਾਬ ਨੂੰ ਖਾ ਕੇ ਭੱਜ ਗਈ ਮੈਦਾਨ ਵਿੱਚ ਹਾਰੇ ਇਸ ਤਰ੍ਹਾਂ ਜਰਨੈਲ ਸਿੰਘ ਪੰਥ ਨੇ ਇਸ ਤਰ੍ਹਾਂ ਜਰਨੈਲ ਸਿੰਘ ਪੰਥ ਨੇ ਕੀਤਾ ਵੱਡਾ ਦਬਾਰੀ ਉਪਕਾਰ ਇਸ ਤਰ੍ਹਾਂ ਜਰਨੈਲ ਸਿੰਘ ਪੰਥ ਨੇ ਕੀਤਾ ਵੱਡਾ ਪਰਿਉਪਕਾਰ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ ਗਫਾਰੂ ਖਾਨ ਆ ਗਿਆ ਤੇ ਬਾਬਾ ਜੀ ਨੇ ਇੱਕੋ ਵਾਰ 'ਚ ਵੱਢ ਕੇ ਉਹ ਮਾਰਿਆ ਜਦੋਂ ਫੌਜਦਾਰ ਮਾਰਿਆ ਗਿਆ ਬਾਕੀ ਫੌਜ ਭੱਜ ਗਈ ਤੇ ਜਿੱਤ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਦੀ ਹੋਈ ਬਾਬਾ ਜੀ ਉਹਦੇ ਘਰ ਜਾ ਵੜੇ ਉਹ ਬੇਗਮਾਂ ਹੱਥ ਜੋੜ ਕੇ ਕਹਿਣ ਜੀ ਜਿਹਨੂੰ ਤੁਸੀਂ ਮਾਰਨਾ ਸੀ ਬਾਹਰ ਹੀ ਮਾਰ ਆਏ ਜੇ ਹੁਣ ਸਾਨੂੰ ਨਾ ਮਾਰਿਓ ਅਸੀਂ ਕੋਈ ਮਾੜਾ ਨਹੀਂ ਕੀਤਾ ਬਾਬਾ ਜੀ ਹੱਸ ਕੇ ਕਹਿਣ ਲੱਗੇ ਧੀਓ ਖਾਲਸਾ ਔਰਤ ਤੇ ਵਾਰ ਹੀ ਨਹੀਂ ਕਰਦਾ ਤੇ ਉਹ ਕਹਿੰਦੀਆਂ ਜੀ ਅੰਦਰ ਕੀ ਲੈਣ ਆਏ ਜੇ ਫਿਰ ਬਾਬਾ ਜੀ ਕਹਿੰਦੇ ਤੁਹਾਡਾ ਨਵਾਬ ਰਾਤੀ ਇੱਕ ਡੋਲਾ ਖੋ ਕੇ ਲਿਆਇਆ ਜਦੋਂ ਇਦਾਂ ਕਿਹਾ ਉਹ ਅੰਦਰ ਕਈ ਵਿਚਾਰੀਆਂ ਇਦਾਂ ਦੀਆਂ ਚੁੱਕੀਆਂ ਬੈਠੀਆਂ ਸਨ ਬਾਬਾ ਜੀ ਨੇ ਸਾਰੀਆਂ ਛਡਵਾਈਆਂ ਉਹ ਤੇ ਘਰੋਂ ਘਰੀ ਪਹੁੰਚਾਈਆਂ ਤੇ ਪੰਡਤ ਵਾਲੀ ਪੰਡਤ ਦੇ ਅੱਗੇ ਖਿਲਾਰ ਕੇ ਕਹਿੰਦੇ ਲੈ ਪੰਡਤ ਆਪਣੀ ਕੰਨਿਆ ਹੁਣ ਰਮਾਨ ਨਾ ਕਰ ਜਾ ਆ ਕਿਰਦਾਰ ਉਹ ਖਾਲਸੇ ਦਾ ਹੈ ਜਿਸ ਖਾਲਸੇ ਦਾ ਅਸੀਂ ਪ੍ਰਕਾਸ਼ ਮਨਾ ਰਹੇ ਐਡਾ ਉੱਚਾ ਸੋਚਾ ਰੁਤਬਾ ਸਾਡਾ ਪਰ ਅਸੀਂ ਆਪ ਹੀ ਡਿੱਗ ਪਏ ਆ ਮੈਂ ਆਪ ਸੰਗਤਾਂ ਕੋ ਗਿਆਨੀ ਜੀ ਹੁਣਾਂ ਕੋ ਸਤਿਗੁਰਾਂ ਕੋ ਮਾਫੀ ਮੰਗਦਾ ਜੇ ਸ਼ਬਦ ਵੱਧ ਘੱਟ ਕਹੇ ਗਏ ਜਾਂ ਸਮਾਂ ਮੈਂ ਵੱਧ ਲਾ ਗਿਆ ਮੈਂ ਬਾਬਾ ਜੀ ਬਾਬਾ ਹਰਪਿੰਦਰ ਸਿੰਘ ਸਾਹਿਬ ਜੀ ਟਾਹਲੀ ਸਾਹਿਬ ਵਾਲੇ ਉਹਨਾਂ ਦਾ ਸ਼ਾਗਿਰਦ ਆ ਤੇ ਗਿਆਨੀ ਜੀ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਪ੍ਰੇਮ ਆ ਸ਼ੁਕਰ ਹੈ ਸਤਿਗੁਰਾਂ ਦਾ ਆਪ ਜੀ ਦਾ ਔਰ ਗਿਆਨੀ ਜੀ ਦਾ ਦਰਸ਼ਨ ਮਹਾਰਾਜ ਨੇ ਕਰਾਇਆ ਵਾ ਹੋਈਆਂ ਭੁੱਲਾਂ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।